सत श्री अकाल, जय श्री राम, सलाम अलैकुम, आदाब। रब सबना नूं खुश रखे, अल्लाह ताला रहम फरमान, वाहिगुरू मेहर करे। नवां साल बहुत बहुत मुबारक। ਜਿਹੜਾ ਬੀਤਿਆ ਹੈ ਉਹਦੇ ਬਾਰੇ ਹੁਣ ਕੀ ਆਖਾਂ। ਚਿਰਾਂ ਬਾਅਦ ਆਪਣੀ ਮਿਲਣੀ ਹੋ ਰਹੀ ਹੈ। ਪਿਛਲੀ ਵਾਰੀ ਕਿਸ ਦਿਨ ਮਿਲੇ ਸਾਂ ਮੈਨੂੰ ਤੇ ਚੰਗੀ ਤਰ੍ਹਾਂ ਯਾਦ ਹੈ, ਪਰ ਇਹ ਗੱਲਾਂ ਕਰਨੀਆਂ ਤਾਂ ਸਵੈ ਮਹੱਤਤਾ ਦੀ ਬੜੀ ਭੈੜੀ ਜੀ ਨਿਸ਼ਾਨੀ ਹੁੰਦੀ ਹੈ। ਬਸ ਇੰਨਾ ਯਾਦ ਹੈ ਕਿ ਜਦੋਂ ਆਖਰੀ ਵਾਰੀ ਇੱਥੇ ਮਿਲੇ ਸਾਂ ਤਾਂ ਕੋਈ ਟਾਵਾਂ ਕਰੋਨਾ ਵਾਇਰਸ ਦੇਸ਼ ਵਿੱਚ ਆ ਰਿਹਾ ਸੀ। ਬਾਹਰ ਸੜਕਾਂ ਤੇ ਇੱਕ ਰੋਹ ਭਰਿਆ ਅੰਦੋਲਨ ਮੁਲਕ ਭਰ ਵਿੱਚ ਤਾਰੀ ਸੀ। ਮੋਦੀ ਸਰਕਾਰ ਦੇ ਨਵੇਂ ਨਾਗਰਿਕਤਾ ਕਾਨੂੰਨ ਦੇ ਵਿਰੁੱਧ, ਰਾਸ਼ਟਰੀ ਜਨਸੰਖਿਆ ਰਜਿਸਟਰ ਉਹ NRC ਦੇ ਵਿਰੁੱਧ। ਫਿਰ ਅਚਾਨਕ ਇੱਕ ਵਾਵਰੋਲਾ ਆਇਆ, ਰੌਲਾ ਪੈ ਗਿਆ। ਕਰੋਨਾ ਆਇਆ, ਮੁਲਕ ਬੰਦ, ਕੰਮਕਾਜ ਠੱਪ, ਸ਼ਹਿਰ ਖੜ ਗਏ, ਸੜਕਾਂ ਸੁੰਨੀਆਂ ਹੋ ਗਈਆਂ, ਹਵਾਈ ਜਹਾਜ਼ ਖੜੇ ਦੇ ਖੜੇ ਰਹਿ ਗਏ, ਸਮੁੰਦਰੀ ਜਹਾਜ਼ ਸਮੁੰਦਰਾਂ ਵਿੱਚ ਹੀ ਰੋਕ ਦਿੱਤੇ ਗਏ। ਸਾਡੇ ਜਨਤਕ ਸ਼ਬਦਕੋਸ਼ ਵਿੱਚ ਇੱਕ ਨਵਾਂ ਭਿਆਨਕ ਸ਼ਬਦ ਆਇਆ, ਲੋਕਡਾਊਨ। ਹਫ਼ਤਿਆਂ ਫਿਰ ਮਹੀਨਿਆਂ ਤੱਕ ਅਸੀਂ ਘਰਾਂ ਵਿੱਚ ਬੰਦ, ਅੰਦਰ ਬੈਠੇ ਵੀ ਡਰੀ ਜਾਈਏ, ਆਪਣੇ ਹੀ ਦਰਵਾਜ਼ਿਆਂ ਦੀਆਂ ਕੁੰਡੀਆਂ ਨੂੰ ਹੱਥ ਲਾਉਣੋਂ ਡਰ ਆਵੇ। ਅਸੀਂ ਸਾਰੇ ਉਹਨਾਂ ਸਮਿਆਂ ਵਿੱਚੋਂ ਲੰਘ ਕੇ ਆਏ ਹਾਂ। ਤੁਹਾਨੂੰ ਕੀ ਦੱਸਣਾ ਕਿ ਕੀ ਹੋਇਆ, ਪਰ ਚਿਰ ਬਾਅਦ ਮਿਲੇ ਹਾਂ। ਕਰੋਨਾ ਤਾਂ ਭਾਵੇਂ ਅਜੇ ਵੀ ਚੌਤਰਫੀ ਤਾਰੀ ਹੈ, ਪਰ ਫਿਜ਼ਾ ਬਹੁਤ ਬਦਲ ਗਈ ਹੈ। ਅਸੀਂ ਨਿਮੋ ਚੁਣੇ ਹੋਏ ਘਰਾਂ 'ਚ ਬੈਠੇ ਸਾਂ, ਅੱਜ ਠਾਠਾਂ ਮਾਰਦੇ ਜੋਸ਼ ਨਾਲ ਹੱਕ ਸੱਚ ਦੀ ਵੱਡੀ ਲੜਾਈ ਵਿੱਢੀ ਬੈਠੇ ਹਾਂ। ਜਿਸ ਆਦਮੀ ਬਾਰੇ ਕੁੱਲ ਭਾਰਤ ਸਮਝਦਾ ਸੀ ਕਿ ਭਾਈ ਬੜਾ ਡਾਢਾ ਏ, ਜਿਹੜਾ ਜਹਾਨ ਭਰ ਨੂੰ ਆਪਣੇ ਸੀਨੇ ਦੇ 56 ਇੰਚ ਦਿਖਾਉਂਦਾ ਫਿਰਦਾ ਸੀ, ਉਹਦੇ ਨਾਲ ਆਡਾ ਲੈ ਰੱਖਿਆ, ਪੇਚਾ ਪਾ ਰੱਖਿਆ। ਸਿੱਖਿਆ ਦੇ ਵਿੱਚ ਦੋ ਧੜੇ ਨਾਰਮਲੀ ਬਣਦੇ ਗਏ। ਸਿੱਖਿਆ ਤੇ ਇਸ ਲਈ ਨਹੀਂ ਅਸੀਂ ਆ ਪਾਏ ਕਿਉਂਕਿ ਇੱਕ ਗਰੁੱਪ ਨੂੰ ਲੱਗਦਾ ਸੀ ਮੇਰਾ ਤਾਂ ਚੱਲ ਰਿਹਾ ਕੰਮ, ਦੂਸਰੇ ਪਾਸੇ ਚੱਲ ਰਿਹਾ ਸੀ। ਇਸੇ ਤਰ੍ਹਾਂ ਸਿਹਤ ਦੇ ਮਾਮਲੇ 'ਚ ਲੱਗਦਾ ਸੀ, ਇੱਕ ਗਰੁੱਪ ਨੂੰ ਲੱਗਦਾ ਸੀ ਮੇਰੇ ਕੋਲ ਸਿਕਿਉਰਿਟੀ ਹੈਗੀ ਹੈ, ਕੋਈ ਗੱਲ ਨਹੀਂ, ਮੈਂ ਇਲਾਜ ਕਰਾ ਸਕਦਾ। ਖਾਸ ਤੌਰ 'ਤੇ ਉਹ ਜਿਹੜਾ ਗਰੁੱਪ ਇਸ ਗੱਲ ਦੇ ਸਮਰੱਥ ਸੀ ਕਿ ਮੈਂ ਲੀਡ ਕਰ ਸਕਦਾ ਇਸ ਮਾਮਲੇ ਦੇ ਵਿੱਚ। ਪੰਜਾਬ ਵਰਗੇ ਸੂਬੇ 'ਚੋਂ ਖਾਸ ਤੌਰ 'ਤੇ ਜਿਹੜਾ ਇੱਕ ਡਰੇਨੇਜ ਸੀ ਹੁਨਰ ਦਾ ਅਤੇ ਬਾਕੀ ਸਾਰੀ ਸਕਿੱਲ ਦਾ, 1.5 ਲੱਖ ਬੱਚਾ ਹਰ ਸਾਲ ਆਈਲੈਟਸ ਕਰਕੇ 10ਵੀਂ +2 ਤੋਂ ਬਾਅਦ ਬਾਹਰ ਚਲਾ ਜਾਂਦਾ। ਉਹ ਜਿਹੜਾ ਇੱਕ ਨਿਰਾਸ਼ਤਾ ਦਾ ਇੱਕ ਆਲਮ ਸੀ, ਕਿਸਾਨੀ ਦਾ ਵੀ, ਖੁਦਕਸ਼ੀਆਂ ਦਾ ਇੱਕ ਦੌਰ ਸੀ। ਇਹ ਸਾਰੀਆਂ ਚੀਜ਼ਾਂ ਇਕੱਠੀਆਂ ਚੱਲ ਰਹੀਆਂ ਸੀ ਕਿਤੇ ਨਾ ਕਿਤੇ ਗੁਬਾਰ ਦੇ ਤੌਰ 'ਤੇ। ਫਿਰ ਵੀ ਉਹਨੂੰ ਲੱਗਦਾ ਸੀ ਕਿ ਜਦੋਜਹਿਦ ਕਰਕੇ ਇਕੱਲੇ ਕੋਸ਼ਿਸ਼ ਕਰ ਰਹੇ ਹਾਂ ਅਤੇ ਸ਼ਾਇਦ ਜ਼ਿੰਦਗੀ ਕੱਟ ਜੇ। ਪਰ ਜਦੋਂ ਇਹ ਵਾਰ ਆਇਆ, ਜਿਹੜਾ ਜ਼ਮੀਨਾਂ ਦੇ ਮਾਮਲੇ ਦੇ ਵਿੱਚ ਆਇਆ, ਜਦੋਂ ਇਹ ਸਮਝ ਆਈ ਤਾਂ ਉਹਨੂੰ ਲੱਗਿਆ ਹੁਣ ਸਭ ਕੁਝ ਜਾ ਰਿਹਾ, ਹੁਣ ਸ਼ਾਇਦ ਕੁਝ ਵੀ ਨਾ ਬਚੇ। ਔਰ ਇਹਦੇ ਨਾਲ ਮੈਨੂੰ ਲੱਗਦਾ ਕਿ ਇੱਕ ਇਮੋਸ਼ਨਲ ਅਟੈਚਮੈਂਟ ਹੈ ਲੋਕਾਂ ਦੀ ਜ਼ਮੀਨ ਨਾਲ, ਖਾਸ ਤੌਰ 'ਤੇ ਪੇਂਡੂ ਬੰਦੇ ਦੀ ਜਿਹੜੀ ਜਜ਼ਬਾਤੀ ਸਾਂਝ ਹੈ ਨਾ। ਜਿਵੇਂ ਕਿਹਾ ਜਾਂਦਾ ਕਿ ਰਾਸ਼ਟਰ ਤਾਂ ਜ਼ਮੀਨ ਨਾਲ ਹੈ, ਜ਼ਮੀਨ 'ਤੇ ਕੰਮ ਕੌਣ ਕਰਦਾ, ਜ਼ਮੀਨ 'ਤੇ ਜਿਹੜੇ ਬੰਦੇ ਕੰਮ ਕਰਦੇ ਨੇ, ਜਦੋਂ ਉਹਨੂੰ ਖੁਸ਼ਦੀ ਨਜ਼ਰ ਆਉਂਦੀ ਹੈ ਤਾਂ ਉਹ ਵਿਆਪਕ ਰੂਪ ਦੇ ਵਿੱਚ ਬਾਹਰ ਆਉਂਦੇ ਨਜ਼ਰ ਆਉਂਦੇ ਨੇ। ਉਹਦੇ ਨਾਲ ਬਿਨਾਂ ਸ਼ੱਕ ਸਾਰੀਆਂ ਚੀਜ਼ਾਂ ਜੁੜ ਗਈਆਂ। ਆਮ ਤੌਰ 'ਤੇ ਦਰਸ਼ਕ ਇਸ ਪ੍ਰੋਗਰਾਮ ਨਾਲ, ਇਹੋ ਜਿਹੇ ਪ੍ਰੋਗਰਾਮਾਂ ਨਾਲ ਇਸ ਲਈ ਆਣ ਜੁੜਦੇ ਨੇ ਕਿ ਐਂਕਰ ਨੂੰ ਖੋਰੇ ਕਿੰਨੀ ਅਕਲ ਹੋ ਸੀ, ਕਿੰਨਾ ਕੁ ਕਿਸੇ ਮੁੱਦੇ ਬਾਰੇ ਪੜ੍ਹ ਲਿਖ ਕੇ ਉਹਦੀਆਂ ਕਾਨੂੰਨੀ ਬਰੀਕੀਆਂ ਘੁੰਦਰਾਂ ਬਾਰੇ ਪਤਾ ਕਰਕੇ ਆਇਆ ਹੋਵੇਗਾ ਕਿ ਨਹੀਂ। ਘੱਟੋ ਘੱਟ 2-4 ਮਾਹਿਰ ਤਾਂ ਬੁਲਾ ਕੇ ਨਾਲ ਬਿਠਾ ਹੀ ਲੈਂਦਾ, ਕੋਈ ਤਾਂ ਗੱਲ ਪਤਾ ਲੱਗਦੀ ਹੈ। ਮੈਂ ਤੇ ਤੁਹਾਡੀ ਇਹ ਆਸ ਵੀ ਨਹੀਂ ਪੂਰੀ ਕਰ ਸਕਣੀ। ਤੁਹਾਤੋਂ ਕਾਹਦਾ ਲੁਕਾ, ਨਾਲੇ ਸਾਹਮਣੇ ਕੈਮਰਾ ਲੱਗਾ ਏ। ਮੈਂ ਤੇ ਅੱਜ ਸਟੂਡੀਓ ਵਿੱਚ ਇਕੱਲੇ ਹੀ ਆਇਆ। ਚਿਰਾਂ ਬਾਅਦ ਮਿਲਣ ਦਾ ਸਬੱਬ ਬਣਿਆ। ਸਾਲ ਭੈੜਾ ਬੀਤਿਆ, ਕੋਈ ਆਸਾਂ ਲੈ ਕੇ ਨਵਾਂ ਵਰ੍ਹਾ ਚੜ੍ਹਿਆ। ਤੁਹਾਡੇ ਨਾਲ ਗੱਲਾਂ ਕਰਨ ਦਾ ਚਾਅ ਹੀ ਐਡਾ ਸੀ, ਮੈਂ ਕਿਸੇ ਨੂੰ ਸੱਦਿਆ ਹੀ ਨਹੀਂ। ਬਸ ਇੱਕ ਤੁਸੀਂ ਹੋਵੋ, ਇੱਕ ਮੈਂ ਹੋਵਾਂ, ਅਤੇ ਰੋਣੇ ਸਾਰੇ ਰੋ ਲਵਾਂ, ਦੁੱਖੜੇ ਸਾਰੇ ਫੋਲ ਲਵਾਂ, ਬੀਤੀਆਂ ਸਾਰੀਆਂ ਸੁਣਾ ਛੱਡਾਂ, ਪ੍ਰਸ਼ਨ ਸਾਰੇ ਖੋਲ੍ਹ ਦਿਆਂ। ਜੀਵਨ ਵਿੱਚ ਕਦੋਂ ਇਹ ਮੌਕਾ ਵਾਰ-ਵਾਰ ਆਉਂਦਾ ਕਿ ਅਸੀਂ ਦਿਨਾਂ, ਹਫ਼ਤਿਆਂ, ਮਹੀਨਿਆਂ ਤੱਕ ਆਪਣੇ ਆਪ ਨਾਲ ਰਹੀਏ, ਸਾਰੀਆਂ ਡਿਸਟਰੈਕਸ਼ਨਸ ਖਤਮ, ਬਹੁਤ ਕੁਝ ਜਿਹੜਾ ਸਾਡਾ ਧਿਆਨ ਭਟਕਾਉਂਦਾ ਹੈ ਜੀਵਨ ਵਿੱਚੋਂ ਮਨਫੀ ਹੋ ਜਾਵੇ। ਉਹ ਸਾਰਾ ਸਮਾਂ ਜਿਹੜਾ ਅਸੀਂ ਆਪਣੇ ਕਾਰੋਬਾਰ ਨੂੰ ਦਿੰਦੇ ਸਾਂ, ਸਾਡੇ ਆਪਣੇ ਲਈ ਬਚ ਰਹੇ। ਸਮਾਂ ਜਿਹੜਾ ਅਸੀਂ ਘੁੰਮਣ ਫਿਰਨ, ਯਾਰਾਂ ਦੋਸਤਾਂ ਨਾਲ ਮਹਿਫਲਾਂ ਵਿੱਚ ਜਾਂ ਉਹ ਰਿਸ਼ਤੇਦਾਰਾਂ ਦੇ ਘਰੀ ਕਬੀਲਦਾਰੀਆਂ ਪਗਾਉਂਦੇ ਬਿਤਾਉਂਦੇ ਹਾਂ, ਇਹ ਸਾਰਾ ਸਮਾਂ ਸਾਡਾ ਹੀ ਹੋ ਜਾਵੇ। ਕਿਤੋਂ 2 ਘੜੀਆਂ ਨਹੀਂ ਮਿਲਦੀਆਂ ਉਧਾਰ, ਅਤੇ ਸਾਨੂੰ ਐਡਾ ਸਾਰਾ ਸਮਾਂ ਮਿਲ ਗਿਆ। ਇੰਨੇ ਸਾਰੇ ਸਮਾਂ ਵਿੱਚ ਅਸਾਂ ਖੋਰੇ ਕੀ ਸੋਚਿਆ ਹੋਵੇਗਾ, ਆਪਣੇ ਆਪ ਨਾਲ, ਆਪਣੇ ਧੁਰ ਅੰਦਰਲੇ ਨਾਲ ਕਿਵੇਂ ਜੁੜੇ ਹੋਵਾਂਗੇ, ਆਪਣੇ ਪਿਆਰਿਆਂ ਬਾਰੇ, ਉਹਨਾਂ ਬਾਰੇ ਜਿਹੜੇ ਸਾਡੇ ਘਰ ਵਿੱਚ ਰਹਿੰਦੇ ਨੇ, ਉਹਨਾਂ ਬਾਰੇ ਜਿਹੜੇ ਸਾਡੇ ਦੇਸ਼ ਵਿੱਚ ਰਹਿੰਦੇ ਨੇ, ਆਪਣੇ ਮੁਹੱਲੇ ਬਾਰੇ, ਆਪਣੇ ਸਮਾਜ ਬਾਰੇ ਖੋਰੇ ਕੀ ਸੋਚਿਆ ਹੋਵੇਗਾ। ਸਭ ਤੋਂ ਪਹਿਲਾਂ ਇੱਕ ਤੇ ਇਸ ਗੱਲ ਦਾ ਪਤਾ ਲੱਗਿਆ ਕਿ ਕੀ ਫालतू ਹੈ ਤੇ ਅਸੀਂ ਕਿੰਨਾ ਕੁਝ ਅਜਿਹਾ ਸਹੇੜੀ ਫਿਰ ਰਹੇ ਹਾਂ ਜਿਹਦੀ ਸ਼ਾਇਦ
ਲੋੜ ਨਹੀਂ ਹੈ, ਵਾਧੂ ਖਰਚੇ ਤੇ ਰੁਝੇਵੇਂ ਵਧਾਏ ਹੋਏ ਨੇ। ਔਰ ਇਹ ਪਤਾ ਲੱਗਿਆ ਕਿ ਮਨੁੱਖ ਦੇ ਕਾਰਨ ਇਸ ਸਾਰੀ ਐਡੀ ਨਿਰਮਲ ਕੁਦਰਤ ਦਾ ਐਡਾ ਮੰਦਾ ਹਾਲ ਹੈ। ਕਿਤੇ ਇਹ ਤਾਂ ਨਹੀਂ ਕਿ ਕੁਦਰਤ ਸਾਨੂੰ ਕੋਈ ਸੁਨੇਹਾ ਇਹ ਦੇ ਰਹੀ ਹੋਵੇ ਕਿ ਮਨੁੱਖਾਂ ਦੀ ਹੁਣ ਉਸ ਨੂੰ ਲੋੜ ਨਹੀਂ ਹੈ, ਉਹ ਸਾਡੇ ਤੋਂ ਬਿਨਾਂ ਵੀ ਬਹੁਤ ਵਧੀਆ ਢੰਗ ਦੇ ਨਾਲ ਰਹਿ ਸਕਦੀ ਹੈ। ਇਹ ਮਨੁੱਖ ਦੇ ਖਿਲਾਫ ਕੁਦਰਤ ਦਾ ਇੱਕ ਬਹੁਤ ਗਹਿਰਾ ਕੋਈ ਨਗਾਰਾ ਵਜਾ ਕੇ ਉਹਨੇ ਚੋਟ ਦਿੱਤੀ ਕਿ ਮਨੁੱਖ ਨੂੰ ਇਸ ਗੱਲ ਦਾ ਪਤਾ ਲੱਗੇ ਕਿ ਸਾਡੇ ਕਰਕੇ ਦੁਨੀਆ ਨਹੀਂ ਹੈ। ਦੁਨੀਆ ਜੇ ਹੈ, ਕੁਦਰਤ ਹੈ, ਜੇ ਇਹ ਪਸ਼ੂ ਪੰਛੀਆਂ ਦਾ ਖੇੜਾ ਹੈ, ਜੇ ਇਹ ਰੰਗ ਨੇ, ਤਾਂ ਕਿਤੇ ਜਾ ਕੇ ਅਸੀਂ ਹੈ। ਜਦੋਂ ਰੋਜ਼ ਨਾਮੁਰਾਦ ਬਿਮਾਰੀ ਨਾਲ ਮਰਨ ਵਾਲਿਆਂ ਦੇ ਅੰਕੜੇ ਅਖਬਾਰ ਵਿੱਚ ਇਉਂ ਛਪਣ ਲੱਗ ਜਾਣ ਜਿਵੇਂ ਮੰਡੀ ਦੇ ਭਾਅ ਛਪਦੇ ਨੇ, ਉਹ ਛੋਟੀ ਜੀ ਡੱਬੀ ਵਿੱਚ ਕੁੱਲ ਕੇਸ ਕਿੰਨੇ, ਕੁੱਲ ਲਾਸ਼ਾਂ ਅੱਜ ਕਿੰਨੀਆਂ, ਤਾਂ ਅਸੀਂ ਕਿਹੋ ਜਿਹੇ ਹੋ ਗਏ ਹੋਵਾਂਗੇ? ਲਾਸ਼ ਹੋ ਜਾਣ ਤੋਂ ਪਹਿਲਾਂ ਉਹ ਮਨੁੱਖ ਕੀ ਸੀ? ਉਹਦੇ ਜਾਣ ਨਾਲ ਕਿੰਨੇ ਦਿਲ ਵਲੂੰਦਰੇ ਗਏ, ਕਿੰਨੇ ਸੁਪਨੇ ਟੁੱਟੇ, ਕਿੰਨੇ ਹੌਕੇ, ਕਿੰਨੇ ਸਾਲ ਸਿਸਕ ਕੇ ਨਿਕਲਣਗੇ? ਇਹ ਤਾਂ ਯਾਰ ਉਹ ਖਬਰਾਂ ਨੇ ਜਿਨ੍ਹਾਂ ਤੱਕ ਹਾਲੇ ਸਾਡਾ ਮੀਡੀਆ, ਸਾਡੀਆਂ ਟੀਵੀ ਦੀਆਂ ਬਹਿਸਾਂ, ਸਾਡੀਆਂ ਅਖਬਾਰੀ ਸੁਰਖੀਆਂ ਪਹੁੰਚੀਆਂ ਹੀ ਨਹੀਂ। ਸਾਡੇ ਇੱਥੇ ਤਾਂ ਲਾਸ਼ਾਂ ਦੀਆਂ ਫੋਟੋਆਂ ਨਿੱਤ ਇਉਂ ਵਾਇਰਲ ਹੁੰਦੀਆਂ ਰਹੀਆਂ ਜਿਵੇਂ ਹਨੇਰੀ ਝੱਖੜ ਤੋਂ ਬਾਅਦ ਉਹ ਦਰਖਤਾਂ ਦੇ ਡਿੱਗੇ ਟੁੱਟੇ ਟਾਹਣ ਸੜਕਾਂ ਤੇ ਪਏ ਹੁੰਦੇ ਨੇ। ਇਹ ਸਭ ਵੇਖ ਪੜ੍ਹ ਅਸੀਂ ਕਿਸ ਕਿਸ ਸੋਚ ਦੇ ਸਮੁੰਦਰ ਵਿੱਚ ਗੋਤੀਆਂ ਖਾਧੀਆਂ ਹੋਣਗੀਆਂ, ਤੇ ਫਿਰ ਅਸੀਂ ਕਿਹੋ ਜਿਹੇ ਹੋ ਕੇ ਨਿਕਲੇ ਹਾਂ? ਕਿਤੇ ਗਵਾਂਢੀ, ਕਿਤੇ ਯਾਰ, ਕਿਤੇ ਕੋਈ ਰਿਸ਼ਤੇਦਾਰ, ਕਿਤੇ ਮਿੱਤਰ ਪਿਆਰੇ ਦਾ ਕੋਈ ਮਿੱਤਰ ਪਿਆਰਾ ਲਾਸ਼ ਬਣਦਾ ਰਿਹਾ, ਕਿਸੇ ਆਪ ਵੇਖਿਆ, ਕੋਈ ਅਖਬਾਰ ਵਿੱਚੋਂ ਪੜ੍ਹਦਾ ਰਿਹਾ। ਅੱਛਾ, ਸਾਡੇ ਆਪਣੇ ਨਹੀਂ ਤਾਂ ਸਾਡੇ ਆਪਣਿਆਂ ਵਰਗੇ ਉਹ ਤਾਂ ਕਰੋਨਾ ਦੀ ਭੇਟ ਚੜ੍ਹਦੇ ਰਹੇ। ਰੋਜ਼ ਇਹ ਦ੍ਰਿਸ਼ ਤੁਸੀਂ ਟੀਵੀ ਉੱਤੇ, ਅਖਬਾਰੀ ਸੁਰਖੀਆਂ ਵਿੱਚ, ਆਪਣੀ ਫੇਸਬੁੱਕ ਤੇ ਵੇਖਦੇ ਰਹੇ। ਇਹ ਕਿਵੇਂ ਹੋ ਸਕਦਾ ਹੈ ਕਿ ਇਸ ਸਭ ਦੇ ਦੌਰਾਨ ਤੁਸੀਂ ਜੀਵਨ ਬਾਰੇ, ਮੌਤ ਬਾਰੇ ਨਾ ਸੋਚਿਆ ਹੋਵੇ? ਕਿਸ ਅਰਥ ਹੈ ਇਹ ਜਿਉਣਾ? ਕੈਸਾ ਮਰਨਾ ਹੋਵੇ? ਕਿਸ ਵਿਧ ਸਾਡੀਆਂ ਅਕਲਾਂ, ਮਿਹਨਤਾਂ, ਵਕਤ, ਸਿਆਣਪ ਲੱਗਣ ਕਿ ਜ਼ਿੰਦਗੀ ਦੇ ਕੋਈ ਮਾਇਨੇ ਹੋਣ? You would have thought about all this. ਇਸ ਸਭ ਬਾਰੇ ਤੁਸੀਂ ਬਹੁਤ ਸੋਚਿਆ ਹੋਵੇਗਾ। ਆਖਰ ਸੋਚਦੇ ਸਮਝਦੇ ਮਨੁੱਖ ਹੋ ਤਾਂ ਹੀ ਤਾਂ ਇੱਥੇ ਬੈਠੇ ਹੋ, ਦਲੀਲ ਨਾਲ ਜੁੜੇ ਹੋ। ਵੇਖੋ, ਇਸ ਵਕਤ ਆਪਣੇ ਪਰਿਵਾਰ ਨਾਲ, ਬੱਚਿਆਂ ਨਾਲ, ਦੋਸਤਾਂ ਦੇ ਨਾਲ ਵੀ ਤਾਂ ਹੋ ਸਕਦੇ ਸੀ। ਟੀਵੀ ਨਾਲ ਜੁੜੇ ਬੈਠੇ ਹੋ। ਐਂਡ ਆਈ ਵੰਡਰ, ਮੈਂ ਕਿੰਨਾ ਕੁ ਇਸ ਭਾਰ ਨੂੰ ਮਹਿਸੂਸ ਕਰਦਾ ਹੋਵਾਂਗਾ ਕਿ ਤੁਸੀਂ ਉਹ ਬੇਸ਼ਕੀਮਤੀ ਸਮਾਂ ਸਾਡੀ ਇਸ ਮਿਲਣੀ ਲਈ ਦੇ ਰਹੇ ਹੋ ਜਿਹੜਾ ਹੱਕੀ ਤੌਰ ਤੇ ਤੁਹਾਡੇ ਆਪਣੇ ਕੰਮਾਂ ਕਾਰਾਂ, ਪਰਿਵਾਰਾਂ, ਬੱਚਿਆਂ, ਦੋਸਤਾਂ, ਯਾਰਾਂ ਦਾ ਹੈ। ਸਾਡੇ ਜੀਵਨ ਵਿੱਚ ਜਿਵੇਂ ਜਿਵੇਂ ਮੀਡੀਆ ਦਾ ਮਹੱਤਵ ਵਧਣਾ ਸ਼ੁਰੂ ਹੋਇਆ, ਤਿਵੇਂ ਤਿਵੇਂ ਟੀਵੀ ਉੱਤੇ ਬਹਿਸ ਮੁਬੈਸਿਆਂ ਵਾਲੇ ਪ੍ਰੋਗਰਾਮਾਂ ਨੇ ਵੀ ਚੰਗੀ ਛੈਬਰ ਲਾਉਣੀ ਸ਼ੁਰੂ ਕਰ ਦਿੱਤੀ। ਕਦੀ ਲੋਕ ਇਸ ਲਈ ਸੁਣਦੇ ਸਨ ਕਿ ਆਪਸੀ ਵਿਚਾਰ ਵਟਾਂਦਰੇ 'ਚੋਂ ਕੋਈ ਤੱਤ ਦੀ ਗੱਲ ਨਿਕਲੇਗੀ, ਉਹ ਫਿਰ ਆਹਿਸਤਾ ਆਹਿਸਤਾ ਇਹਨਾਂ ਵਿੱਚੋਂ ਬਹੁਤੇ ਐਂਟਰਟੇਨਮੈਂਟ ਹੀ ਹੋ ਗਏ। ਗਰਮਾ ਗਰਮ ਬਹਿਸ, ਤਿੱਖੀ ਬਹਿਸ, ਧਮਾਕੇਦਾਰ ਬਹਿਸ, ਪੰਗਾ ਪਾਊ ਬਹਿਸ, ਚੱਕ ਦਿਓ ਫੱਟੇ ਵਾਲੇ ਸਵਾਲ, ਆਊਗਾ ਫੁੱਲ ਸਵਾਲ ਵਾਲੇ ਜਵਾਬ। ਵਾਟ ਹੈਪਨ ਟੂ ਅਸ? ਇਹੋ ਜਿਹੇ ਪ੍ਰੋਗਰਾਮ ਤਾਂ ਹੀ ਵਿਗਸ ਰਹੇ ਸਨ ਕਿਉਂਕਿ ਲੋਕ ਇਹਨਾਂ ਨੂੰ ਵੇਖ ਰਹੇ ਸਨ। ਉਹਨਾਂ ਨੇ ਨਵੀਂ ਦਲੀਲ ਘੜ ਲਈ ਕਿ ਇਹੀ ਸਭ ਤਾਂ ਲੋਕ ਵੇਖਣਾ ਚਾਹੁੰਦੇ ਹੋਣਗੇ, ਤਾਂ ਹੀ ਤਾਂ ਬਹਿਸਾਂ ਧਮਾਕੇਦਾਰ, ਮਸਾਲੇਦਾਰ ਹੁੰਦੀਆਂ ਹਨ। ਹਾਂ, ਕਿਤੇ ਕਿਤੇ ਕੋਈ ਵਿਰਲਾ ਟਾਵਾਂ ਨਿੱਠ ਕੇ ਟਿਕਾ ਨਾਲ, ਤਰਵਾਸ ਨਾਲ ਆਪਣੀ ਗੱਲ ਕਹਿੰਦਾ ਰਿਹਾ, ਪਰ ਉਕਤਾਏ ਲੋਕਾਂ ਨੇ ਛੇਤੀ ਨਵੇਂ ਰਸਤੇ ਲੱਭ ਲਏ। ਗੋਲੀ ਮਾਰੋ ਇਹਨਾਂ ਟੀਵੀ ਵਾਲਿਆਂ ਨੂੰ, ਨਾਲੇ ਕੰਬਖਤ ਬਹੁਤੇ ਤਾਂ ਗੋਦੀ ਚੜੇ ਹੋਏ ਨੇ। ਕਰੋਨਾ ਕਾਲ ਨੇ ਜੇ ਸਾਨੂੰ ਘਰਾਂ ਵਿੱਚ ਵਾੜਿਆ ਤਾਂ ਅਸੀਂ ਨਵੀਆਂ ਖਿੜਕੀਆਂ, ਤਾਕੀਆਂ ਖੋਲ੍ਹਣੀਆਂ ਸਿੱਖ ਲਈਆਂ। ਵੈਬੀਨਾਰਾਂ, ਜ਼ੂਮ ਮੀਟਿੰਗਾਂ, ਆਨਲਾਈਨ ਬੈਠਕਾਂ ਨੇ ਬਿਹਤਰ ਕਿਸਮ ਦੀ ਵਿਚਾਰ ਵਟਾਂਦਰੇ ਦੀ ਵੰਨਗੀ ਨੂੰ ਜਨਮ ਦਿੱਤਾ। ਆਈ ਥਿੰਕ ਔਰ ਐਟਲੀਸਟ ਆਈ ਹੋਪ, ਇੰਨੀ ਕੁ ਮੇਰੀ ਉਮੀਦ ਆ, ਆਸ ਹੈ ਕਿ ਐਂਕਰਾਂ ਨੇ ਵੀ ਤਾਂ ਸੋਚਿਆ ਹੋਵੇਗਾ ਕਿ ਅਸੀਂ ਕੀ ਕਰ ਰਹੇ ਸਾਂ। ਆਪਣੇ ਜੀਵਨ ਨੂੰ ਵੇਖ, ਬਾਹਰ ਬਿਮਾਰੀ, ਲਾਸ਼ਾਂ, ਡਰ, ਭੈ ਨੂੰ ਵੇਖ, ਹਮਦਰਦੀ ਦੇ ਵਗਦੇ ਦਰਿਆ ਵੇਖ, ਬਾਹਰ ਸੜਕਾਂ ਉੱਤੇ ਸ਼ੂਕ ਦੀ ਮੌਤ ਤੇ ਫਿਰ ਰੋਜ਼ੀ ਰੋਟੀ ਤੋਂ ਬੇਜ਼ਾਰ ਹਜ਼ਾਰਾਂ ਲੱਖਾਂ ਮਜ਼ਦੂਰਾਂ ਕਾਮਿਆਂ ਨੂੰ ਸੜਕਾਂ ਉੱਤੇ ਸੈਂਕੜੇ ਮੀਲ ਤੁਰਦਿਆਂ ਨੂੰ ਵੇਖ, ਉਹਨਾਂ ਵੀ ਤਾਂ ਸੋਚਿਆ ਹੋਵੇਗਾ ਕਿ ਸਾਡੀਆਂ ਬਹਿਸਾਂ, ਡਿਬੇਟਾਂ ਨੇ ਇਸ ਜ਼ਮੀਨੀ ਹਕੀਕਤ ਨਾਲ ਕਿਵੇਂ ਪੇਚਾ ਪਾਉਣਾ ਹੈ। ਤੁਹਾਨੂੰ ਜਾਪਦਾ ਕਿ ਅਜਿਹਾ ਹੋਇਆ ਹੋਵੇਗਾ? ਤੁਹਾਨੂੰ ਜਾਪਦਾ
ਅਸੀਂ ਇਹ ਸਾਰੇ ਸਮੇਂ ਦੌਰਾਨ ਨਿੱਠ ਕੇ ਮੰਥਨ ਕੀਤਾ ਹੋਵੇਗਾ ਕਿ ਅਸੀਂ ਕੈਸੀ ਸਹਾਫਤ ਕਰ ਰਹੇ ਸਾਂ, ਇਹ ਕੈਸੀ ਪੱਤਰਕਾਰੀ ਹੋ ਰਹੀ ਸੀ। ਮੈਂ ਬਹੁਤ ਵਾਰੀ ਇਹ ਤਨਕੀਦ ਸੁਣਦਾ ਹਾਂ ਕਿ ਇਹ ਐਂਕਰ ਗੱਲ ਵਿੱਚੇ ਕੱਟ ਦਿੰਦਾ ਹੈ ਕਿ ਇਸ ਸਮੇਂ ਦੌਰਾਨ ਮੈਂ ਆਪਣੀਆਂ ਕਮਜ਼ੋਰੀਆਂ, ਆਪਣੇ ਵਿਹਾਰ ਬਾਰੇ ਚਿੰਤਨ ਕੀਤਾ ਹੋਵੇਗਾ ਕਿ ਅਸੀਂ ਇਸ ਦੌਰ ਵਿੱਚੋਂ ਗੁਜ਼ਰੇ ਹੋਵਾਂਗੇ। ਇਹ ਜਿਹੜੇ ਮੁਲਕ ਭਰ ਵਿੱਚ ਰਾਤ ਨੂੰ ਬਹਿਸ ਦੀ ਦੁਕਾਨ ਖੋਲ੍ਹ ਕੇ ਬਹਿ ਜਾਂਦੇ ਨੇ, ਜਿਨ੍ਹਾਂ ਨੂੰ ਵੇਖ ਬੜਿਆਂ ਨੇ ਸੋਚਿਆ ਹੈ, ਸ਼ਾਇਦ ਵਿਚਾਰ ਵਿਮਰਸ਼ ਇਹ ਹੀ ਹੁੰਦਾ ਹੋਵੇਗਾ। ਇਹ ਗੁੱਥਮ ਗੁੱਥਾ ਹੋਏ ਹੋਣਗੇ ਇਸ ਸਵਾਲ ਨਾਲ ਕਿ ਅਸੀਂ ਸਿਹਤ ਬਾਰੇ, ਸਿੱਖਿਆ ਬਾਰੇ, ਆਪਣੇ ਸਕੂਲਾਂ ਦੀ ਹਾਲਤ ਬਾਰੇ, ਨੀਤੀਆਂ ਕਾਨੂੰਨਾਂ ਨੂੰ ਕਿੰਨੀ ਕੁ ਜਗ੍ਹਾ ਦਿੰਦੇ ਹਾਂ, ਕਿੰਨੇ ਕੁ ਗਹਿਰ ਗੰਭੀਰ ਤਰੀਕਿਆਂ ਨਾਲ ਸਾਡੀ ਪੱਤਰਕਾਰੀ ਬਰੀਕੀਆਂ ਵਿੱਚ ਜਾਂਦੀ ਹੈ। ਮਾੜੇ ਪ੍ਰਾਈਵੇਟ ਸਕੂਲ, ਦਰਮਿਆਨੇ ਪ੍ਰਾਈਵੇਟ ਸਕੂਲ, ਮਹਿੰਗੇ ਲਿਸ਼ਕਦੇ ਪ੍ਰਾਈਵੇਟ ਸਕੂਲ, ਅਸੀਂ ਕਿਵੇਂ ਸਕੂਲਾਂ ਰਾਹੀਂ ਇੱਕ ਜਮਾਤ ਆਧਾਰਿਤ ਸਮਾਜ ਬਣਾ ਰਹੇ ਹਾਂ। ਸਕੂਲਾਂ ਦਾ ਆਪਣਾ ਕਾਸਟ ਸਿਸਟਮ, ਹਾਇਰ ਕਾਸਟ ਸਕੂਲ, ਲੋਅਰ ਕਾਸਟ ਸਕੂਲ, ਉਹ ਦਰਮਿਆਨੀ ਕਾਸਟ ਸਕੂਲ, ਉਹਨਾਂ ਦਾ ਵੀ OBC ਸਕੂਲ ਹੋਣਾ। ਤੁਹਾਨੂੰ ਲੱਗਦਾ ਜਦੋਂ ਸਾਡੇ ਕੋਲ ਬਹੁਤ ਸਾਰਾ ਵਕਤ ਸੀ ਤਾਂ ਇਹਨਾਂ ਸੋਚਾਂ ਨੇ ਸਾਨੂੰ ਬਹੁਤ ਤੰਗ ਕੀਤਾ ਹੋਵੇਗਾ? ਜਿਹੜਾ ਸਾਰਾ ਮਾਹੌਲ ਸਾਡੇ ਸਾਹਮਣੇ ਵਿਚਰਿਆ, ਉਹਦੇ 'ਚ ਡਰ ਤੇ ਸਹਿਮ ਬਹੁਤ, ਉਹਦਾ ਹਿੱਸਾ ਬਹੁਤ ਵੱਡਾ ਸੀਗਾ ਸੋਚਣ ਦੇ ਨਾਲੋਂ। ਲੋਕਾਂ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਕਿਸ ਪੱਧਰ ਦੇ ਉੱਤੇ ਉਹਦੇ ਨਾਲ ਅੰਗੇਜ ਕੀਤਾ ਜਾਏ ਜਾਂ ਆਲੇ ਦੁਆਲੇ ਕੀਤਾ ਜਾਏ। ਲੋਕਾਂ ਨੇ ਇੱਕ ਦੂਜੇ ਦੀ ਮਦਦ ਵੀ ਆਪਣੇ ਆਪ ਕਰਨ ਦੀ ਟਰਾਈ ਕੀਤੀ ਹੈ, ਖੈਰ ਜਿੰਨੇ ਕੁ ਵੀ ਸੰਭਵ ਸੀ, ਜਿਸ ਹੱਦ ਤੱਕ ਸੀ ਉਸ ਲੈਵਲ ਤੇ। ਪਰ ਨਾ ਸਰਕਾਰਾਂ ਤੇ ਨਾ ਲੋਕ ਓਡੀ ਵੱਡੀ ਸਮਰੱਥਾ ਦਿਖਾਈ ਨਹੀਂ ਦਿੱਤੀ ਕਿ ਉਹ ਸਭ ਨੂੰ ਆਪਣੇ ਕਲਾਵੇ 'ਚ ਲੈ ਕੇ ਜਾਂ ਉਸ ਸਮਰੱਥਾ ਦੇ ਨਾਲ ਸਭ ਨੂੰ ਸੁਰੱਖਿਅਤ ਮਹਿਸੂਸ ਕਰਵਾ ਸਕਦੇ। ਇਸੇ ਕਰਕੇ ਨੇ ਐਕਸਪੋਜ਼ ਵੀ ਕੀਤਾ ਬਹੁਤ ਜ਼ਿਆਦਾ ਕਿ ਸਾਡਾ ਸਿਸਟਮ ਜਿਹੜਾ ਉਹ ਕਿਵੇਂ ਟਿਕਾਊ ਨਹੀਂ ਹੈ, ਕਿਵੇਂ ਸਭ ਦੀਆਂ ਲੋੜਾਂ ਥੋੜ੍ਹੇ ਬਹੁਤੇ ਕ੍ਰਾਈਸਿਸ ਦੇ ਵਿੱਚ ਵੀ ਉਹ ਸਭ ਨੂੰ ਲਾਵਾਰਸ ਛੱਡ ਸਕਦਾ ਹੈ। ਸਭ ਤੋਂ ਜ਼ਰੂਰੀ ਸਵਾਲ ਤੁਹਾਡੀ ਸਿਹਤ ਦਾ ਹੈ, ਤੁਹਾਡੇ ਜਿਉਂਦੇ ਰਹਿਣ ਦਾ ਹੈ। ਮੈਨੂੰ ਵੀ ਅਸੀਸ ਦੇਣਾ ਕੁਝ ਸਮਾਂ ਹੋਰ ਜਿਉਂਦੇ ਰਹੀਏ, ਤਾਂ ਹੀ ਤਾਂ ਇੱਥੇ ਗੱਲਾਂ ਕਰ ਸਕਾਂਗੇ। ਜਦੋਂ ਕਰੋਨਾ ਹਾਲੇ ਜੰਮਿਆ ਨਹੀਂ ਸੀ ਤਾਂ ਕੀ ਅਸੀਂ ਐਸਾ ਸਿਹਤ ਦਾ ਸਿਸਟਮ ਬਣਾ ਲਿਆ ਸੀ ਕਿ ਘੱਟੋ ਘੱਟ ਉਹਨਾਂ ਬਿਮਾਰੀਆਂ ਨਾਲ ਹੁਣ ਮਨੁੱਖ ਨਾ ਮਰਨ ਜਿਨ੍ਹਾਂ ਦੇ ਇਲਾਜ ਅਸੀਂ ਸਾਲਾਂ ਪਹਿਲੇ ਲੱਭ ਲਏ ਸਨ, ਜਿਨ੍ਹਾਂ ਲਈ ਇਲਾਜ ਤੇ ਦਵਾਈ ਦਹਾਕਿਆਂ ਪਹਿਲੋਂ ਈਜਾਦ ਕਰ ਲਈ ਸੀ, ਉਹਨਾਂ ਦਾ ਇਲਾਜ ਜਾਂ ਦਵਾਈ ਖੁਣੋਂ ਮਰਨਾ, ਦਿਸ ਇਜ਼ ਮਰਡਰ। ਇਹ ਤਾਂ ਕਤਲ ਹੈ। ਇਹ ਕਿੰਨੇ ਕਤਲ ਰੋਜ਼ਾਨਾ ਹੁੰਦੇ ਨੇ? ਬ੍ਰੇਕ ਲਈ ਰੁਕ ਜਾਵਾਂ? ਗੱਲ ਵੈਸੇ ਹਾਲੇ ਵਿਚਕਾਰ ਹੈ। ਕਰੋਨਾ ਨੇ ਬੜਾ ਕੁਝ ਬਦਲ ਦਿੱਤਾ ਹੈ, ਸਾਲ ਬਦਲ ਗਿਆ, ਪਰ ਕੁਝ ਚੀਜ਼ਾਂ ਨਹੀਂ ਵੀ ਬਦਲਦੀਆਂ। ਜਿਵੇਂ ਤੁਹਾਡੇ ਨਾਲ ਨਿੱਠ ਕੇ ਗੱਲ ਕਰਦੇ ਹਾਂ, ਲਾਜ਼ਮੀ ਬ੍ਰੇਕ ਲੈਣੀ, ਸਾਹ ਲੈ ਕੇ ਦੁਬਾਰਾ ਗੱਲ ਕਰਦੇ ਹਾਂ। ਤੁਸੀਂ ਵੀ ਪਾਣੀ ਦਾ ਘੁੱਟ ਭਰ ਲਵੋ। ਥੈਂਕ ਯੂ ਫॉर ਕਮਿੰਗ ਬੈਕ। ਵੀ ਵਰ ਟਾਕਿੰਗ ਅਬਾਊਟ ਲਾਸਟ ਈਅਰ, ਪਿਛਲੇ ਸਾਲ ਦੀ ਗੱਲ ਕਰ ਰਹੇ ਸੀ, ਕਰੋਨਾ ਦੀ ਗੱਲ ਕਰ ਰਹੇ ਸੀ। ਵੈਸੇ ਮੈਂ ਨਵੇਂ ਸਾਲ ਦੀ ਗੱਲ ਕਰਨ ਆਇਆ ਸੀ, ਇਹ ਤਾਂ ਗੱਲਾਂ ਸ਼ੁਰੂ ਕਰ ਲਈਆਂ। ਮੈਂ ਕਹਿਣਾ ਚਾਹ ਰਿਹਾ ਸੀ ਕਿ ਸਮਾਜ ਦੇ ਇੱਕ ਵੱਡੇ ਹਿੱਸੇ ਉੱਤੇ ਤਾਂ ਕਰੋਨਾ ਤੋਂ ਮਨਾ ਮੂੰਹੀ ਭਾਰੀ ਸਿਹਤ ਸੰਕਟ ਦਹਾਕਿਆਂ ਤੋਂ ਆਇਆ ਹੋਇਆ। ਉਹਨਾਂ ਦੇ ਤੇ ਨਿਤ ਕਰੋਨਾ ਹੈ, ਸਾਲਾਂ ਤੋਂ ਕਰੋਨਾ। ਉਹ ਕਿਹੜਾ ਕੋਈ ਟੀਕੇ ਦੀ ਵੇਟ ਕਰ ਰਹੇ ਨੇ, ਉਹ ਤੇ ਦਵਾਈ ਖੁਣੋਂ ਮਰ ਰਹੇ ਨੇ। ਮੇਰੇ ਸੋਹਣੇ ਪੰਜਾਬ ਦੀਆਂ ਗਲੀਆਂ ਬਾਜ਼ਾਰਾਂ ਵਿੱਚ ਸਰਕਾਰੀ ਡਿਸਪੈਂਸਰੀਆਂ, ਹਸਪਤਾਲ, ਮੁੱਢਲੇ ਸਿਹਤ ਕੇਂਦਰਾਂ ਦੀਆਂ ਲਾਸ਼ਾਂ ਪਈਆਂ ਨੇ। ਅਸੀਂ ਵਰ੍ਹਿਆਂ ਤੱਕ ਉਹਨਾਂ ਹਸਪਤਾਲਾਂ, ਡਿਸਪੈਂਸਰੀਆਂ ਦੇ ਕੋਲੋਂ ਬਿਨਾਂ ਨੱਕ ਮੂੰਹ ਟੱਕੇ ਲੰਘਦੇ ਰਹੇ ਹਾਂ। ਸਾਨੂੰ ਸੜਾਂਦ ਨੇ ਕਦੀ ਤੰਗ ਹੀ ਨਹੀਂ ਕੀਤਾ। ਸਾਡੀ ਰਾਤਾਂ ਦੀ ਨੀਂਦ ਹਰਾਮ ਨਹੀਂ ਹੋ ਗਈ। ਇਹਨਾਂ 'ਚ ਕੰਮ ਕਰਦੇ ਡਾਕਟਰ, ਨਰਸਾਂ ਜਾਨ ਹੀਲ ਕੇ ਗਰੀਬ ਗੁਰਬਿਆਂ ਦਾ ਇਲਾਜ ਕਰਦੇ ਰਹੇ। ਪਰ ਸਰਕਾਰ ਭਗੌੜਾ ਹੋ ਗਈ ਹੋਵੇ ਤੇ ਨਿੱਠ ਕੇ ਕੀ ਕਰ ਲੈਣਗੇ ਡਾਕਟਰ, ਨਰਸਾਂ ਕੰਮ ਕਰਕੇ? ਅਸੀਂ ਸਰਕਾਰੀ ਨੂੰ ਗਾਲ ਕੱਢ ਪ੍ਰਾਈਵੇਟ ਲਿਸ਼ਕ ਦੇ ਹਸਪਤਾਲਾਂ 'ਚ ਜਾਣ ਲੱਗ ਪਏ। ਸਿਵਲ ਹਸਪਤਾਲ, ਡਿਸਪੈਂਸਰੀਆਂ ਖੰਡਰ ਹੋ ਗਏ। ਕਰੋਨਾ ਆਇਆ ਤਾਂ ਅਸਾਂ ਗਰੀਬ ਨੂੰ ਆਖਿਆ, ਮੂੰਹ ਤੇ ਟਾਕੀ ਬੰਨ ਹੋਏ, ਸਾਨੂੰ ਵੀ ਮਰਵਾਏਗਾ। ਸ਼ੁਕਰ ਕਰੋ ਉਹਨੇ ਪਿੱਛੇ ਮੁੜ ਕੇ ਇਹ ਨਹੀਂ ਕਹਿ ਛੱਡਿਆ ਕਿ ਤੁਸੀਂ ਤੇ ਕਦੋਂ ਦੇ ਅੰਦਰੋਂ ਮਰੇ ਪਏ ਹੋ। ਕਰੋਨਾ ਤੇ ਹਾਲੇ ਕੱਲ੍ਹ ਆਇਆ। ਆਖਰ ਅਸਾਂ ਚਿਰਾਂ ਤੋਂ ਪੰਜਾਬ ਦੇ ਪਿੰਡ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਆਤਮ ਹੱਤਿਆ ਕਰਦਿਆਂ ਤੱਕਿਆ ਹੀ ਸੀ ਨਾ। ਸਲਫਾਸ ਖਾ ਕੇ, ਪੱਖੇ ਨਾਲ ਲਟਕ ਕੇ। ਇਹ ਤਾਂ ਵਰ੍ਹਿਆਂ ਤੋਂ ਰੋਜ਼ ਦੀ ਸੁਰਖੀ ਰਹੀ ਹੈ, ਅੱਜ ਵੀ ਛਪਦੀ ਹੈ। ਸਾਨੂੰ ਕੀ ਕਹਿੰਦੀ ਹੈ? उन्ना दी गल सुनो तो सही। देखिए, बेसिक रिस्पॉन्स जो है अंदर में आपको बहुत डैमेज हो जाती है रेज पे।
कि हम फेलो ह्यूमन बींग्स को ऐसा ट्रीट कर सकते हैं। आत्महत्या वाला घर में सबसे मुश्किल पार्ट है जब आप घर छोड़ के जा रहे हैं और वो सर्वाइवर विडो का आंखों का कांटेक्ट करते हैं। दैट इज द मोस्ट पेनफुल मोमेंट, इसलिए कि उस मोमेंट में आप जानते हैं कि ये भी कोशिश करने वाली है आत्महत्या करने के लिए। दैट इज द मोस्ट डिफिकल्ट पार्ट। उनको देखने में, उनका आंखों में देखने में, दैट इज समथिंग दैट आई फाइंड आई एम अवॉइडिंग आई कॉन्टैक्ट, इसलिए कि दर्द इतनी बढ़ जाती है। ये सिर्फ नंबर की मापन नहीं है, प्रोडक्शन की मापन नहीं है, हमारा इंसानियत कितनी गिर गई। हमने चुपचाप बैठे हैं 20 साल, 3 लाख किसान आत्महत्या कर चुका है। वेयर इज आवर आउटरीच? ਅੱਛਾ, ਕਦੀ ਲੱਗ ਰਿਹਾ ਸੀ ਕਿ ਸਰਕਾਰ ਬੜੀ ਗੰਭੀਰਤਾ ਨਾਲ ਲੈ ਰਹੀ ਹੈ ਇਸ ਮਾਰੂ ਬਿਮਾਰੀ ਨੂੰ। ਮਾਰਚ ਦਾ ਮਹੀਨਾ ਚੜ੍ਹਿਆ ਤੇ ਹਾਲੇ ਸਾਡੇ ਦੇਸ਼ ਵਿੱਚ 250 ਤੋਂ ਵੀ ਘੱਟ ਕੇਸ ਸਨ ਕਰੋਨਾ ਵਾਇਰਸ ਦੇ, ਤੇ ਸਰਕਾਰ ਲੋਕ ਸਭਾ ਨੂੰ ਦੱਸ ਰਹੀ ਸੀ ਕਿ ਬਾਹਰਲੇ ਮੁਲਕਾਂ 'ਚ 276 ਭਾਰਤੀਆਂ ਨੂੰ ਕਰੋਨਾ ਹੋ ਗਿਆ। ਮੈਂ ਕਿਹਾ ਇਹ ਹੋਈ ਨਾ ਗੱਲ, ਸਰਕਾਰ ਨੂੰ ਕਿਵੇਂ ਕੱਲੇ ਭਾਰਤੀ ਦਾ ਫਿਕਰ ਹੈ। ਫਿਰ ਉਹ ਐਲਾਨੇ ਲੋਕਡਾਊਨ ਹੋ ਗਿਆ, ਫਿਰ ਜੋ ਹੋਇਆ ਉਹਦੀ ਕਰਾਂਗੇ ਗੱਲ। ਪਰ ਹੁਣ ਅੱਜ ਕੱਲ੍ਹ ਦੱਸੋ ਸਰਕਾਰ ਕਿੰਨੀ ਕੁ ਖਬਰ ਲੈ ਰਹੀ ਹੈ, ਕਿੰਨੀ ਕੁ ਖਬਰ ਹਰ ਰੋਜ਼ ਦੇ ਰਹੀ ਹੈ। ਅੱਛਾ, ਇੱਕ ਵਾਰੀ ਤਾਂ ਸਰਕਾਰ ਤੇ ਮੇਰਾ ਦਿਲ ਹੀ ਆ ਗਿਆ ਸੀ। ਪਿਛਲੀ 29 ਮਾਰਚ ਨੂੰ ਸਰਕਾਰ ਨੇ ਸਾਰੇ ਇੰਪਲੋਇਰਸ ਨੂੰ, ਭਾਵੇਂ ਇੰਡਸਟਰੀ ਹੋਵੇ, ਫੈਕਟਰੀ ਹੋਵੇ, ਕੋਈ ਦੁਕਾਨ ਹੋਵੇ, ਸਾਰੇ ਵਪਾਰਕ ਅਦਾਰਿਆਂ ਨੂੰ ਹੁਕਮ ਜਾਰੀ ਕਰ ਦਿੱਤਾ ਕਿ ਜਿੰਨੀ ਦੇਰ ਉਹ ਬੰਦ ਰਹਿਣ ਆਪਣੇ ਮੁਲਾਜ਼ਮਾਂ ਕਾਮਿਆਂ ਨੂੰ ਤਨਖਾਹ ਦਿੰਦੇ ਰਹਿਣ, ਕਿਸੇ ਦੀ ਤਨਖਾਹ 'ਚ ਕਟੌਤੀ ਨਾ ਕੀਤੀ ਜਾਵੇ। ਧਨਾੜ ਵਪਾਰੀ ਸੁਪਰੀਮ ਕੋਰਟ ਚਲੇ ਗਏ, ਉੱਥੇ ਝਟਪਟ ਸੁਣਵਾਈ ਹੋਈ। ਬਈ ਮਾਮਲਾ ਜ਼ਰੂਰੀ ਸੀ, ਇਹ ਕੋਈ ਕਿਸੇ ਦੀ ਹੈਬੀਅਸ ਕਾਰਪਸ ਪਟੀਸ਼ਨ ਥੋੜੀ ਸੀ ਕਿ ਪੁਲਿਸ ਨੇ ਕਿਸੇ ਮਾਂ ਦਾ ਨੌਜਵਾਨ ਮੁੰਡਾ ਚੁੱਕ ਲਿਆ ਹੋਵੇ ਤੇ ਉਹ ਲੱਭ ਨਾ ਰਿਹਾ ਹੋਵੇ। ਅਦਾਲਤ ਨੇ ਕਿਹਾ ਵੀ ਇਹ ਤਾਂ ਜ਼ੁਲਮ ਹੈ, ਇਹ ਜ਼ਬਰਦਸਤੀ ਨਾ ਕਰੋ ਅਮੀਰ ਨਾਲ। ਵਪਾਰੀਆਂ ਨੇ ਇੱਕ ਟਰਾਲੀ ਵੀ ਸਿੰਘੂ ਬਾਰਡਰ ਵੱਲ ਨਹੀਂ ਤੋਰੀ ਤੇ ਸਰਕਾਰ ਨੇ ਆਪਣਾ ਇਹ ਵਕਾਰੀ ਹੁਕਮ ਪੂਰੇ ਦਾ ਪੂਰਾ ਵਾਪਸ ਲੈ ਲਿਆ। ਮਜ਼ਦੂਰ ਨੂੰ ਧੇਲਾ ਵੀ ਦੇਣ ਦੀ ਸ਼ਰਤ ਨਹੀਂ ਲਾਈ। ਇਹ ਸਰਕਾਰਾਂ ਕਿਹਨਾਂ ਸਾਹਮਣੇ ਕਿੰਨੀ ਛੇਤੀ ਝੁਕਦੀਆਂ ਨੇ, ਬਸ ਸਮਝ ਜਾਓ। ਵੈਸੇ ਪੰਜਾਬ ਦੇ ਡੀਜੀਪੀ ਸਾਹਿਬ ਵੀ ਬਈ ਕਰੋਨਾ ਖਿਲਾਫ ਬੜੇ ਲੜੇ, ਉਹਨਾਂ ਦਾ ਆਪਣਾ ਤਰੀਕਾ। ਉਹਨਾਂ ਨੇ ਸਿੱਧੂ ਮੂਸੇਵਾਲੇ ਦਾ ਗਾਣਾ ਉਹ ਗੁਰਬਖਸ਼ ਗਵਾਚਿਆ ਟਵੀਟ ਕੀਤਾ। ਜੋ ਕੁਝ ਨੰਦੇੜ ਗਏ ਸ਼ਰਧਾਲੂਆਂ ਬਾਰੇ ਕਿਹਾ ਗਿਆ ਤੇ ਉਹ ਜਿਹੜਾ ਭੰਡੀ ਪ੍ਰਚਾਰ ਸਾਡੇ ਸਿਹਤ ਮੰਤਰੀ NRIs ਬਾਰੇ ਕਰਦੇ ਰਹੇ ਕਿ ਉਹ ਕਰੋਨਾ ਲੈ ਕੇ ਆਏ ਨੇ, ਉਹ ਸਭ ਹੁਣ ਬੀਤੇ ਦੀ ਗੱਲ ਹੋ ਜਾਵੇਗੀ। ਸਾਲ ਬੀਤ ਗਿਆ ਨਾ, ਨੋਬਡੀ ਵਿਲ ਪੇ ਐਨੀ ਪ੍ਰਾਈਸ, ਨਥਿੰਗ ਵੁਡ ਮੈਟਰ ਐਨੀ ਮੋਰ ਨਾਓ। ਨਵਾਂ ਸਾਲ ਹੈ। ਸਟੇਟ ਕਰੋਨਾ ਦੇ ਵਿੱਚ ਵੀ ਬਰੂਟਲ ਹੋ ਕੇ ਸਾਹਮਣੇ ਆਉਂਦੀ ਹੈ। ਨਾ ਕੇਵਲ ਉਨਿਆਂ ਦੇ ਲੋਕਾਂ ਦਾ ਕੋਈ ਖਾਣ ਪੀਣ ਦਾ ਪ੍ਰਬੰਧ ਕਰਨਾ ਜਾਂ ਤੌਰ ਤਰੀਕਾ ਠੀਕ ਤਰੀਕੇ ਦਾ ਕਰਨਾ, ਬਲਕਿ ਲੋਕਾਂ 'ਤੇ ਕੇਸ ਜਿਸ ਲੈਵਲ ਦੇ ਪਏ, ਲੋਕਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ, ਮਤਲਬ ਉਹਨੇ ਆਪਣਾ ਪਾਸਾ ਕੋਈ ਥੋੜ੍ਹਾ ਬਹੁਤ ਵੀ ਨਰਮੀ ਨਹੀਂ ਦਿਖਾਈ, ਹਿਊਮੈਨਿਟੀ ਉਸ ਪੱਧਰ ਦੇ ਉੱਤੇ ਨਹੀਂ ਦਿਖਾਈ। ਉਹਨਾਂ ਬੰਦਿਆਂ ਨਾਲ ਉਹਨੇ ਜਿਸ ਤਰੀਕੇ ਦੇ ਨਾਲ ਵਿਵਹਾਰ ਕਰਨਾ ਸੀ, ਆਪਣੀ ਇੱਕ ਲਾਈਨ, ਆਪਣੀ ਇੱਕ ਵਿਚਾਰਧਾਰਾ ਤੋਂ ਕੀਤਾ। ਚੁੱਪ ਵੀ ਗੱਲ ਵੀ ਕਰ ਲਈਏ, ਲਾਸ਼ਾਂ ਦੀ ਗੱਲ ਤੇ ਹੋ ਹੀ ਰਹੀ ਹੈ, ਹੁਣ ਹੋਰ ਕੀ ਚੁੱਪ ਜਾਵੇਗਾ। ਕਰੋਨਾ ਕਾਲ ਵੇਲੇ ਡਿਊਟੀ ਕਰਦੇ ਡਾਕਟਰ, ਨਰਸਾਂ, ਸਾਰਾ ਅਮਲਾ ਫੈਲਾ ਦੇਵਤਿਆਂ ਵਾਂਗ ਜਾਪ ਰਿਹਾ ਸੀ। ਸਲਾਮ ਹੈ ਉਹਨਾਂ ਸਾਰਿਆਂ ਨੂੰ। ਪਰ ਜੇ ਸਾਲਾਂ ਤੋਂ ਇਲਾਜ ਇੰਨਾ ਮਹਿੰਗਾ ਹੈ, ਜੇ ਡਾਕਟਰੀ ਦੀ ਪੜ੍ਹਾਈ ਇੰਨੀ ਮਹਿੰਗੀ ਹੈ, ਜੇ ਪ੍ਰਾਈਵੇਟ ਹਸਪਤਾਲ ਹਮਾਤੜ ਸਾਥੀਆਂ ਨੂੰ ਲੁੱਟਦੇ ਫਿਰਦੇ ਨੇ, ਤਾਂ ਅਸੀਂ ਡਾਕਟਰਾਂ, ਨਰਸਾਂ ਨੂੰ ਇਹ ਸਭ ਕਾਸੇ ਦੇ ਖਿਲਾਫ ਵੀ ਤਾਂ ਲੜਦੇ ਦੇਖਣਾ ਚਾਹੁੰਦੇ ਹਾਂ। ਡਾਕਟਰੀ ਦਾ ਸ਼ੋਭਾ ਕੀ ਤੇ ਕਮਿਸ਼ਨ ਖਾਣ ਦਾ ਰਿਵਾਜ ਕੀ? ਭਾਈ ਕਿਸੇ ਦਿਨ ਚਿੱਟੇ ਕੋਟਾਂ ਵਾਲਿਆਂ ਨੇ ਵੀ ਤਾਂ ਕੋਈ ਸਿੰਘੂ ਬਾਰਡਰ ਵਰਗਾ ਮੋਰਚਾ ਖੋਲ੍ਹਣਾ ਕਿ ਨਹੀਂ? ਅੱਛਾ ਇਹ ਦੱਸੋ, ਅੱਜ ਵੀ ਤਾਂ ਮੁਹਾਜ਼ ਖੋਲ੍ਹਿਆ, ਸਿੰਘੂ ਟਿਕਰੀ ਬਾਰਡਰ ਤੇ ਯੋਧੇ ਡਟੇ ਹੋਏ ਨੇ, ਧੀਆਂ ਭੈਣਾਂ ਮਾਵਾਂ ਮੂਹਰੇ ਹੋ ਕੇ ਲੜ ਰਹੀਆਂ ਨੇ, ਨੌਜਵਾਨ ਮੁੰਡਿਆਂ ਕੁੜੀਆਂ ਨੇ ਕਮਾਨ ਸੰਭਾਲੀ ਹੋਈ ਹੈ। ਬਜ਼ੁਰਗਾਂ ਨੇ ਦਿਖਾ ਦਿੱਤਾ ਕਿ ਸਾਡੇ ਬਾਬਾ ਬੋੜਾਂ ਦੀ ਛਾਂ ਕਿੰਨੀ ਕੁ ਸੰਘਣੀ ਹੈ, ਉਹਨਾਂ ਦੀ ਹਿੰਮਤ ਕਿੰਨੀ ਵਿਸ਼ਾਲ ਹੈ ਤੇ ਜਜ਼ਬਾ ਕਿੰਨਾ ਫੌਲਾਦੀ ਹੈ। ਪਰ ਸਿਰਫ 3 ਖੇਤੀ ਬਿੱਲਾਂ ਕਰਕੇ ਖਲਕਤ ਧਾ ਕੇ ਉਮੜ ਪਈ ਹੈ ਦਿੱਲੀ ਨੂੰ। ਸਿਰਫ MSP ਬਾਰੇ ਕਾਨੂੰਨ ਲਈ ਬੈਰੀਕੇਡ ਤੋੜ, ਅਥਰੂ ਗੈਸ ਦੇ ਵਰਦੇ ਗੋਲਿਆਂ 'ਚੋਂ ਲੰਘ ਕੇ ਸਿੰਘੂ ਬਾਰਡਰ ਤੇ ਪਹੁੰਚ ਗਏ ਨੇ ਜਵਾਨ ਸਾਡੇ। ਇਟਸ ਮਚ ਮੋਰ ਕੰਪਲੈਕਸ। ਇਸ ਬਿਰਤਾਂਤ ਦੀਆਂ ਬਹੁਤ ਤਿਆਂ ਨੇ। ਜਿਸ ਤਰ੍ਹਾਂ ਨਾਲ ਲਗਾਤਾਰ ਹਕੂਮਤਾਂ ਲੋਕ ਸਰੋਕਾਰਾਂ ਤੋਂ ਭੱਜ ਰਹੀਆਂ ਹਨ,
ਸਿਹਤ ਸਿੱਖਿਆ ਦੇ ਖੇਤਰ ਵਿੱਚ ਨਾਗਰਿਕ ਨੂੰ ਨਿਮਾਣਾ ਨਿਤਾਣਾ ਇਕੱਲਿਆਂ ਛੱਡਿਆ ਜਾ ਰਿਹਾ ਹੈ ਤੇ ਉੱਤੋਂ ਇੱਕ ਖਾਸ ਕਿਸਮ ਦੀ ਵਿਚਾਰਧਾਰਾ ਇਹ ਕਹਿ ਰਹੀ ਹੈ ਕਿ ਸਾਡੀ ਟੈਂ ਮੰਨੋ ਤਾਂ ਅਗਲਿਆਂ ਟਰੈਕਟਰ ਟਰਾਲੀਆਂ ਚੁੱਕ ਉਹਨੂੰ ਟਿਬਰੀ ਟਾਈਟ ਕੀਤੀ ਹੈ। ਇਹ ਟੈਂ ਨਾ ਮੰਨਣ ਕਿਸੇ ਦੀ। ਜਿਹੜੀਆਂ ਚੀਜ਼ਾਂ ਸਕੂਲ ਕਾਲਜ ਨਹੀਂ ਕਰ ਸਕੇ ਜਾਂ ਵਿੱਚ ਦੀ ਸਾਡਾ ਇੰਟੈਲੀਜੈਂਸੀਆ ਨਹੀਂ ਕਰ ਸਕਦਾ, ਜਿਹੜੇ ਬੌਧਿਕ ਤੌਰ ਤੇ ਜਿਨ੍ਹਾਂ ਨੇ ਸਮਝਾਉਣਾ ਸੀ ਉਹ ਨਹੀਂ ਸਮਝਾ ਸਕੇ, ਫਿਰ ਜਿਹੜੀਆਂ ਇਹ ਟ੍ਰੇਨਿੰਗਾਂ ਲੱਗੀਆਂ ਕਿਤੇ ਨਾ ਕਿਤੇ ਰੇਲਵੇ ਲਾਈਨਾਂ ਤੇ ਆਲੇ ਦੁਆਲੇ ਸਾਰੀਆਂ, ਸ਼ਾਇਦ ਉਹ ਬੜਾ ਵੱਡਾ ਸਕੂਲ ਹੈ ਜਿਹਦੇ ਕਿਹਾ ਜਾਂਦਾ ਕਿ ਸਾਲਾਂ ਦੀ ਪੜ੍ਹਾਈ ਉਹ ਦਿਨਾਂ ਦੇ ਵਿੱਚ ਕਰਾਉਣ ਦੀ ਕਪੈਸਿਟੀ ਹੁੰਦੀ ਹੈ ਕਿਸੇ ਵੀ ਅੰਦੋਲਨਾਂ ਦੇ ਵਿੱਚ। ਹਿਸਟੋਰੀਕਲੀ ਵੀ ਇਹ ਸੱਚ ਹੈ ਤੇ ਹੁਣ ਵੀ ਆਪਾਂ ਅੱਖੀਂ ਦੇਖ ਰਹੇ ਹਾਂ ਉਹ ਸਾਰੇ। ਜਦੋਂ ਫਿਰ ਕੋਈ ਅੰਦੋਲਨ ਦੀ ਰੂਪ ਲੈ ਲੈਂਦੀ ਚੀਜ਼ ਹੈ, ਉਹ ਫਿਰ ਤਲਾਸ਼ ਕਰਦੀ ਹੈ ਕਿ ਇਹਨੂੰ ਬਲ ਕਿਵੇਂ ਮਿਲੇ। ਉਹ ਬਲ ਵਿਰਸੇ ਨਾਲ ਜਾ ਕੇ ਜੁੜ ਜਾਂਦਾ ਜਾ ਕੇ। ਇਹ ਅੰਦੋਲਨ ਨੇ ਇੱਕ ਮਿਲੀਟੈਂਟ ਅੰਦੋਲਨ ਦੇਖਿਆ ਪੁਰਾਣਾ, ਉਹ 'ਚ ਜਿਹੜਾ ਲਾਸ ਹੋਇਆ ਉਹ ਲੋਕਾਂ ਦੇ ਦਿਮਾਗਾਂ ਸੀ। ਲੋਕਾਂ ਨੇ ਉਹ ਚੈਪਟਰ ਕੱਟ ਕੇ ਸਿੱਧਾ ਗੁਰੂ ਕੇ ਬਾਗ ਨਾਲ ਜੁੜ ਗਿਆ ਜਾ ਕੇ, ਤੇ ਸਿੱਧਾ ਜੈਤੋ ਦੇ ਮੋਰਚੇ ਨਾਲ ਜੁੜਦਾ ਜਾ ਕੇ। ਫਿਰ ਉਹ ਕਹਿੰਦਾ ਕਿ ਪੀਸਫੁਲ ਅੰਦੋਲਨ ਹੋਏਗਾ। ਉਹਨਾਂ ਹੀ ਬੱਚਿਆਂ ਦੀ ਜਿਹਨੂੰ ਕਹਿੰਦੇ ਨੇ ਇੱਥੇ ਪੇਂਡੂ ਇਹ ਕੰਮ ਨਹੀਂ ਕਰਦੇ ਫਲਾਨਾ ਨਹੀਂ, ਹਾਲਾਂਕਿ ਉਹ ਵਿਦੇਸ਼ ਜਾ ਕੇ ਕੰਮ ਕਰਦੇ ਸੀ, ਜ਼ਿਆਦਾ ਵੀ ਕੰਮ ਕਰਦੇ ਸੀ, ਇੱਥੇ ਉਹਨਾਂ ਦੀ ਕਿਰਤ ਦਾ ਮੁੱਲ ਨਹੀਂ ਪਿਆ। ਪਰ ਜਦ ਉਹਨੂੰ ਇੱਕ ਮਕਸਦ ਮਿਲ ਗਿਆ ਜੀਵਨ ਦਾ ਤਾਂ ਉਹਦੇ 'ਚੋਂ ਨਫ਼ਰਤ ਚਲੀ ਗਈ, ਸਗੋਂ ਬਦਲਿਆ ਹੋਇਆ ਮਨੁੱਖ ਦਿਖਾਈ ਦਿੰਦਾ। ਜਿਹਨੇ ਪਾਣੀ ਵਾਲੀਆਂ ਵਿਛਾੜਾਂ ਮਾਰੀਆਂ ਉਹਨੂੰ ਲੰਗਰ ਛਕਾ ਰਿਹਾ, ਤੇ ਉੱਥੇ ਬੈਠੀਆਂ ਕੁੜੀਆਂ ਜਿਹੜੀਆਂ ਨੇ ਉਹਨਾਂ ਦੀ ਮੌਜੂਦਗੀ 'ਚ ਸੁਰੱਖਿਅਤ ਮਹਿਸੂਸ ਹੋ ਰਹੀਆਂ ਨੇ। ਇਹ ਬਹੁਤ ਵੱਡਾ ਬਦਲਾਅ ਹੈ ਮਾਨਸਿਕਤਾ ਦੇ ਵਿੱਚ। ਜਦੋਂ ਸਿਹਤ ਖੇਤਰ ਦਾ ਇਹ ਹਾਲ ਹੋਇਆ ਤੇ ਸਰਕਾਰੀ ਨੀਤੀਆਂ ਕਾਰਨ ਹੋਇਆ, ਅਸੀਂ ਇੰਜ ਮੋਰਚਾ ਕਿਉਂ ਨਾ ਲਾਇਆ? ਜਦੋਂ ਸਰਕਾਰੀ ਸਕੂਲ ਬਰਬਾਦ ਕੀਤੇ ਜਾ ਰਹੇ ਸਨ ਉਦੋਂ ਤਾਂ ਕਿ ਸਿੰਘੂ ਬਾਰਡਰ ਕਿਉਂ ਨਹੀਂ ਗਏ? ਉਹ ਵੀ ਤਾਂ ਸਾਡੀ ਹੋਂਦ ਦਾ ਸਵਾਲ ਸੀ। ਜਦੋਂ ਸਰਕਾਰ ਉਚੇਰੀ ਸਿੱਖਿਆ ਤੋਂ ਭਗੌੜੀ ਹੋਈ, ਪੰਜਾਬ ਦੇ ਖੇਤਾਂ ਵਿੱਚ ਕਣਕਾਂ ਵੱਢ ਕੇ ਉੱਥੇ ਪ੍ਰਾਈਵੇਟ ਯੂਨੀਵਰਸਿਟੀਆਂ ਖੁੰਭਾਂ ਵਾਂਗ ਉੱਗ ਗਈਆਂ, ਉਦੋਂ ਹਾਲ ਦੁਹਾਈ ਕਿਉਂ ਨਹੀਂ ਪਈ? ਇਹ ਜਦੋਂ ਸਰਕਾਰਾਂ ਨੇ ਨੌਕਰੀਆਂ ਖਤਮ ਕਰਨ ਦੇ ਸਿਲਸਿਲੇ ਸ਼ੁਰੂ ਕੀਤੇ ਉਦੋਂ ਕਿਉਂ ਨਹੀਂ? ਜਦੋਂ ਸਾਡੇ ਨੌਜਵਾਨ ਲੜਕੇ ਲੜਕੀਆਂ ਅਧਿਆਪਕਾਂ ਨਰਸਾਂ ਨੂੰ ਬੇਰਹਿਮੀ ਨਾਲ ਸੜਕਾਂ ਤੇ ਪੁਲਸੀਆਂ ਡਾਂਗਾਂ ਨਾਲ ਕੁੱਟਿਆ ਜਾ ਰਿਹਾ ਸੀ, ਹਰ ਹਫ਼ਤੇ ਹਰ ਦਿਨ ਹਰ ਮਹੀਨੇ ਹਰ ਸਾਲ ਹਰ ਸਰਕਾਰ, ਉਦੋਂ ਕਿਉਂ ਨਾ ਬਾਹਰ ਨਿਕਲੇ ਅਸੀਂ? ਦਰਅਸਲ ਅਸੀਂ ਉਸ ਸਭ ਕਰਕੇ ਹੀ ਬਾਹਰ ਨਿਕਲੇ ਹਾਂ। ਅਸੀਂ ਅੰਦਰੋਂ ਨੱਕੋ ਨੱਕ ਭਰੇ ਪਏ ਸਾਂ। ਸਾਡੇ ਇਸ ਬਾਹਰ ਨਿਕਲਣ ਨੂੰ ਸਿਰਫ 3 ਖੇਤੀ ਬਿੱਲਾਂ ਲਈ ਬਾਹਰ ਨਿਕਲਣਾ ਸਮਝਣ ਦੀ ਭੁੱਲ ਨਾ ਕਰ ਬੈਠੇ ਕੋਈ। ਸੱਤਿਆ ਹੋਇਆ ਸਤਾਇਆ ਹੋਇਆ ਦੁਖੀ ਨਾਗਰਿਕ ਬਾਹਰ ਨਿਕਲਿਆ ਹੈ। ਪਹਿਲਾਂ ਤਾਂ ਇਹਨਾਂ ਨੂੰ ਐਂ ਲੱਗਦਾ ਸੀ ਵੀ ਸਾਨੂੰ ਤਾਂ ਇਹ ਸਰਵ ਨਹੀਂ ਕਰ ਰਿਹਾ ਜਿਹੜਾ ਕੁਝ ਹੈਗਾ ਸਿਸਟਮ ਉਸ ਤਰੀਕੇ ਨਾਲ, ਭਾਵੇਂ ਕਿ ਥੋੜ੍ਹਾ ਬਹੁਤਾ ਕਰ ਰਿਹਾ ਸੀ, ਪਰ ਇਹਨਾਂ ਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਸੀ ਵੀ ਜੇ ਚਲਾ ਗਿਆ ਤਾਂ ਸਾਨੂੰ ਬਹੁਤ ਵੱਡਾ ਘਾਟਾ ਪੈ ਜਾਏਗਾ। ਅੱਜ ਇਹਨਾਂ ਨੂੰ ਲੱਗਦਾ ਵੀ ਸਾਡੀ ਤਾਂ ਰੋਜੀ ਰੋਟੀ ਗਈ, ਸਾਡੀ ਤਾਂ ਜ਼ਮੀਨ ਗਈ। ਅਤੇ ਜੇ ਜ਼ਮੀਨ ਗਈ ਤਾਂ ਜਿਹੜਾ ਅਸੀਂ ਬੱਚੇ ਨੂੰ ਜੇ ਪੜ੍ਹਾਉਣਾ ਹੈ, ਜੇ ਸਿਹਤ ਸੇਵਾਵਾਂ ਲੈਣੀਆਂ ਨੇ, ਜੇ ਕਿਸੇ ਨੂੰ ਬਾਹਰ ਭੇਜਣਾ ਹੈ, ਜੇ ਕਿਸੇ ਦਾ ਕੋਈ 2 ਪੈਸੇ ਦੇਣੇ ਨੇ ਕਿਸੇ ਨੂੰ, ਜੇ ਕਿਸੇ ਦਾ ਕੋਈ ਕਾਰਜ ਕਰਨਾ ਹੈ, ਇਹ ਜ਼ਮੀਨ 'ਚੋਂ ਇਹ ਸਾਡਾ ਸਾਰਾ ਕੁਛ ਸਾਡੀਆਂ ਪੁਸਤਾਂ ਗਈਆਂ। ਸੋ ਇਸੇ ਕਰਕੇ ਅੱਜ ਨਾਅਰਾ ਜਿਹੜਾ ਹੈ, ਜੇ ਅਸੀਂ ਨਾਅਰਾ ਦੇਖੀਏ ਇਸ ਅੰਦੋਲਨ ਦਾ, ਉਹਦੇ ਵਿੱਚੋਂ ਨਿਕਲ ਜੀ ਗੱਲ ਵੀ ਅੱਜ ਕਿਉਂ ਉੱਠੇ ਨੇ। ਉਹ ਨਾਅਰਾ ਇਹ ਹੈ ਕਿ ਅਸੀਂ ਹੁਣ ਅੰਬਾਨੀ ਅਡਾਨੀ ਨੂੰ ਆਪਦੀਆਂ ਜ਼ਮੀਨਾਂ 'ਤੇ ਕਬਜ਼ਾ ਨਹੀਂ ਕਰਨ ਦੇਣਾ। ਖੇਤੀ ਬਿੱਲ ਵਾਪਸ ਹੋਣ, MSP ਬਾਰੇ ਕਾਨੂੰਨ ਬਣੇ, ਪਰਾਲੀ ਬਾਰੇ ਕੋਈ ਘਰ ਘਰ ਚਾਰਾਜੋਈ ਹੋਵੇ, ਬਿਜਲੀ ਬਾਰੇ ਕਾਨੂੰਨਾਂ ਬਾਰੇ ਕੋਈ ਠੀਕ ਤਰੀਕੇ ਨਾਲ ਪੇਸ਼ਬੰਦੀ ਹੋਵੇ, ਇਹ ਸਭ ਤਾਂ ਹੋਵੇ ਹੀ ਹੋਵੇ, ਪਰ ਕੁਝ ਹੋਰ ਵੀ ਹੋਵੇ, ਤੇ ਉਹ ਤਾਂ ਹੋਣਾ ਬਹੁਤ ਹੀ ਜ਼ਰੂਰੀ ਹੈ। ਜੇ ਉਹ ਹੋ ਗਿਆ ਤਾਂ ਸਾਨੂੰ ਮੁੜ ਕਦੀ ਸਿੰਘੂ ਬਾਰਡਰ ਤੇ ਬਾਰ-ਬਾਰ ਨਹੀਂ ਜਾਣਾ ਪਵੇਗਾ, ਤੇ ਜੇ ਨਾ ਹੋਇਆ ਤਾਂ ਹਰ ਆਏ ਦਿਨ ਬੈਰੀਕੇਡਾਂ ਪੱਟ ਕੇ ਸਿੰਘੂ ਬਾਰਡਰ ਤੇ ਆਉਣਾ ਪਵੇਗਾ। ਪਹਿਲਾਂ ਜਿਹੜੀ ਮੂਵਮੈਂਟ ਸੀਗੀਆਂ ਲੋਕ ਪੱਖੀ ਮੂਵਮੈਂਟਾਂ, ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕਰੀ ਪਿਛਲੇ 30 ਸਾਲ ਤੋਂ ਕਿ ਜੀ ਇਹ ਤੁਹਾਨੂੰ ਲੁੱਟ ਕੇ ਖਾ ਜਾਏਗਾ ਕਾਰਪੋਰੇਟ, ਪਰ ਉਹ ਜਨਮਾਨਸ ਦਾ ਹਿੱਸਾ ਨਹੀਂ ਬਣਾ ਪਾਏ ਸੀ। ਅੱਜ ਜਨਮਾਨਸ ਦਾ ਹਿੱਸਾ ਬਣ ਗਿਆ ਵੀ ਅੰਬਾਨੀ ਅਡਾਨੀ ਜਿਹੜੇ ਨੇ ਵੱਡੇ ਕਾਰਪੋਰੇਟ ਘਰਾਣੇ ਨੇ ਜਿਹੜੇ, ਇਹਨਾਂ ਦਾ ਸਾਡੇ 'ਤੇ ਕਬਜ਼ਾ, ਸਾਡੀਆਂ ਨੌਕਰੀਆਂ ਦੇ ਉੱਤੇ ਵੀ, ਸਾਡੇ ਰੁਜ਼ਗਾਰ ਦੇ ਉੱਤੇ ਵੀ, ਸਾਡੀਆਂ ਜ਼ਮੀਨਾਂ ਦੇ ਉੱਤੇ ਵੀ, ਸਾਡੀ ਖੇਤੀ ਦੀ ਜਿਣਸ ਦੇ ਉੱਤੇ ਵੀ, ਸਾਡੀ ਫਿਊਚਰ ਜਨਰੇਸ਼ਨ 'ਤੇ ਵੀ। ਅੱਜ ਜਨਮਾਨਸ ਨੂੰ ਇਹ ਗੱਲ ਸਪਸ਼ਟ ਹੋ ਗਈ, ਲੀਡਰਸ਼ਿਪ ਨੇ ਬੜੀ ਉਹਦੀ ਕਾਬਲੀਅਤ ਮੈਂ ਕਹਾਂਗਾ ਸਪਸ਼ਟ ਕਰਤੀ ਵੀ ਇਹ ਤੁਹਾਡੇ 'ਤੇ ਹਮਲਾ ਹੈ। ਇਹ ਹਮਲਾ ਹੁਣ ਸਿਆਸੀ ਪਾਰਟੀਆਂ ਖਲਾਅ ਦੇ ਵਿੱਚ ਚਲੇ ਗਈਆਂ, ਉਹ ਇਹ ਹਮਲੇ ਨੂੰ ਰੋਕ ਨਹੀਂ ਰਹੀਆਂ, ਬਲਕਿ ਉਹਦਾ ਕਈ ਵਾਰੀ ਭਾਈਵਾਲ ਬਣੀਆਂ ਨੇ। ਹੁਣ ਤੁਹਾਨੂੰ ਆਪ ਰੋਕਣਾ ਪਏਗਾ। ਖੇਤੀ ਕਾਨੂੰਨ ਵਾਪਸ ਹੋਣ, ਪਰ ਇਹ ਕਾਨੂੰਨ ਬਣਦੇ ਕਿਵੇਂ ਹਨ? ਅਸੀਂ MLA MP ਚੁਣ ਕੇ ਭੇਜਦੇ ਹਾਂ, ਉਹ ਵਾਪਸ ਆਉਂਦਾ ਹੈ ਤੁਹਾਡੇ ਕੋਲ ਤੁਹਾਡੇ ਨਾਲ ਸਲਾਹ ਕਰਨ ਕਿ ਕਿਹੜੇ ਕਾਨੂੰਨ ਦੀ ਕਿਹੜੀ ਧਾਰਾ ਬਾਰੇ ਤੁਹਾਡਾ ਕੀ ਵਿਚਾਰ ਹੈ? ਇਹ ਵਿਚਾਰ ਦੇ ਮੰਚ ਕਿੱਥੇ ਹਨ? ਮਾਮਲਾ ਸਿਸਟਮ ਨੂੰ ਡੈਮੋਕ੍ਰੇਟਾਈਜ਼ ਕਰਨ ਦਾ ਹੈ, ਡਿਸੀਜਨ ਮੇਕਿੰਗ ਨੂੰ ਡੈਮੋਕ੍ਰੇਟਾਈਜ਼ ਕਰਨ ਦਾ, ਲੋਕਤੰਤਰਿਕ ਬਣਾਉਣ ਦਾ ਹੈ। ਕਾਨੂੰਨ ਬਣਾਉਣ ਦਾ ਤਰੀਕਾ ਬਦਲੇ, ਕੌਣ ਕਿਸ ਲਈ ਕਿਵੇਂ ਕਾਨੂੰਨ ਬਣਾਉਂਦਾ ਹੈ, ਇਹ ਸਾਰਾ ਸਿਸਟਮ ਠੀਕ ਕੀਤਾ ਜਾਵੇ। ਔਰ ਸਿਸਟਮ ਸਾਡੇ ਕੋਲ ਹੈ, ਸਰਕਾਰਾਂ ਉਸ ਨੂੰ ਠੀਕ ਤਰੀਕੇ ਨਾਲ ਚੱਲਣ ਨਹੀਂ ਦੇ ਰਹੀਆਂ। ਕਾਨੂੰਨ ਪਾਰਲੀਮੈਂਟ ਬਣਾਉਂਦੀ ਹੈ, ਪਰ ਪਾਰਲੀਮੈਂਟ ਤਾਂ
ਮੁਸ਼ਕਲ ਨਾਲ ਸਾਲ ਵਿੱਚ ਕੋਈ 70 ਤੋਂ 80 ਦਿਨ ਬੈਠਦੀ ਹੈ। ਪਾਰਲੀਮੈਂਟ ਵਿੱਚ 500 ਐਮਪੀ ਬੈਠ ਕੇ ਕਾਨੂੰਨ ਦੀ ਇਕੱਲੀ ਧਾਰਾ ਉੱਤੇ ਬਹਿਸ ਵਿਚਾਰ ਨਹੀਂ ਕਰ ਸਕਦੇ। ਕਾਨੂੰਨ ਸਾਰਾ ਸਾਲ ਤਿਆਰ ਹੁੰਦੇ ਰਹਿੰਦੇ ਹਨ। ਚੱਜ ਨਾਲ ਕਾਨੂੰਨ ਬਣਾਉਣ ਲਈ ਕਾਨੂੰਨ ਦਾ ਖਰੜਾ ਪਾਰਲੀਮੈਂਟ ਦੇ ਥੋੜੇ ਜਿਹੇ ਮੈਂਬਰਾਂ ਦੀ ਸਿਲੈਕਟ ਕਮੇਟੀ ਨੂੰ ਭੇਜਿਆ ਜਾਣਾ ਚਾਹੀਦਾ ਹੈ। ਦੈਟ ਇਜ਼ ਹਾਊ ਇਟ ਸ਼ੁੱਡ ਬੀ। ਇਸ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਲੋਕ ਹੁੰਦੇ ਹਨ, ਪਰ ਉੱਥੇ ਕੈਮਰੇ ਨਹੀਂ ਹੁੰਦੇ। ਵਿਚਾਰਾਂ ਦਾ ਖੁੱਲ੍ਹਾ ਵਿਚਾਰ ਵਟਾਂਦਰਾ ਹੁੰਦਾ ਹੈ। ਕੋਈ ਨਹੀਂ ਕਹਿੰਦਾ ਇਹ ਫਲਾਣਾ ਝੁਕ ਗਿਆ, ਫਲਾਣੇ ਨੇ ਸੌਦਾ ਕਰ ਲਿਆ। ਆਪਸੀ ਰਜ਼ਾਮੰਦੀ ਨਾਲ ਬਿਹਤਰ ਕਾਨੂੰਨ ਸਾਜ਼ੀ ਹੁੰਦੀ ਹੈ। ਜਿੱਥੇ ਫਰਕ ਹੁੰਦੇ ਹਨ ਉਹ ਮਸਲੇ ਆਮ ਜਨਤਾ ਵਿੱਚ ਆਉਂਦੇ ਹਨ, ਇਹਦੇ ਬਾਰੇ ਲੇਖ ਛਪਦੇ ਨੇ, ਮਾਹਿਰ ਇੱਕ ਦੂਜੇ ਨਾਲ ਬਹਿਸ ਕਰਦੇ ਨੇ। ਇੰਜ ਬਿਹਤਰ ਕਾਨੂੰਨ ਸਾਜ਼ੀ ਹੁੰਦੀ ਹੈ। ਸਰਕਾਰ ਕਦੀ ਕਿਸੇ ਕਾਨੂੰਨ ਨੂੰ ਸਿਲੈਕਟ ਕਮੇਟੀ ਕੋਲ ਭੇਜ ਦਿੰਦੀ ਹੈ, ਕਦੀ ਕਿਸੇ ਦੂਜੇ ਕਾਨੂੰਨ ਨੂੰ ਧੱਕੇ ਨਾਲ ਹੀ ਪਾਸ ਕਰਵਾ ਲੈਂਦੀ ਹੈ। That the bill be passed. Motion moved that the bill be passed. The question is that the bill be passed. Those in favor will please raise their hands and say aye. Those against will please raise their hands and say no. I think the ayes have it, the ayes have it, the ayes have it. The bill is passed. The bill is passed. ਇਹ ਖੇਤੀ ਬਿੱਲ ਜਿਸ ਰੂਪ ਵਿੱਚ ਪਾਸ ਹੋਏ ਹਨ ਸਿਰਫ ਇਸ ਲਈ ਕਿਉਂਕਿ ਇਹ ਕਿਸੇ ਪਾਰਲੀਮੈਂਟਰੀ ਕਮੇਟੀ ਨੂੰ ਭੇਜੇ ਹੀ ਨਹੀਂ ਗਏ, ਨਾ ਸਿਲੈਕਟ ਕਮੇਟੀ ਨੂੰ ਨਾ ਸਟੈਂਡਿੰਗ ਕਮੇਟੀ ਨੂੰ। ਦਿਸ ਨੀਡਸ ਟੂ ਸਟਾਪ। ਹੁਣ ਕਿਹੜਾ ਸਿਲਸਿਲਾ ਰੁਕ ਗਿਆ ਹੈ ਮਾੜੀ ਕਾਨੂੰਨ ਸਾਜ਼ੀ ਦਾ? ਜਦੋਂ ਖੇਤੀ ਕਾਨੂੰਨਾਂ ਖਿਲਾਫ ਸਿੰਘੂ ਟਿਕਰੀ ਬਾਰਡਰ ਤੇ ਮੋਰਚਾ ਗੱਡ ਕੇ ਲੜਾਈ ਲੜੀ ਜਾ ਰਹੀ ਹੈ ਤਾਂ ਇੱਕ ਤੋਂ ਬਾਅਦ ਇੱਕ ਰਾਜ ਸਰਕਾਰਾਂ ਕਾਨੂੰਨ ਪਾਸ ਕਰ ਰਹੀਆਂ ਹਨ ਜਿਹੜੇ ਇਹ ਤੈਅ ਕਰ ਰਹੇ ਹਨ ਕਿ ਸਾਡੇ ਬੱਚੇ ਬੱਚੀਆਂ ਕਿਸ ਨਾਲ ਵਿਆਹ ਕਰਨ, ਕਿਸ ਨਾਲ ਵਿਆਹ ਬਿਲਕੁਲ ਨਾ ਕਰਨ, ਕਿਸੇ ਦੂਜੇ ਧਰਮ ਦੇ ਲੜਕੇ ਜਾਂ ਲੜਕੀ ਨਾਲ ਮੁਹੱਬਤ ਕਰਨ ਕਿ ਗੁਰੇਜ਼ ਹੀ ਕਰਨ। ਮਹਾਰਾਸ਼ਟਰ ਦੇ ਇੱਕ ਇੰਸਟੀਚਿਊਟ ਦੇ ਵਿੱਚ ਸੈਂਕੜੇ ਲੜਕੀਆਂ ਨੂੰ ਸ਼ਾਮਿਆਨੇ ਥੱਲੇ ਇਕੱਠੇ ਕਰਕੇ ਇਹ ਸਹੁੰ ਦਿਵਾਈ ਗਈ ਹੈ ਕਿ ਅਸੀਂ ਕਿਸੇ ਨਾਲ ਕਦੀ ਪਿਆਰ ਨਹੀਂ ਕਰਾਂਗੀਆਂ, ਅਸੀਂ ਮੁਹੱਬਤ ਨਹੀਂ ਕਰਾਂਗੇ, ਅਸੀਂ ਆਪਣੇ ਮਾਂ-ਬਾਪ ਦੇ ਕਹਿਣ ਅਨੁਸਾਰ ਸ਼ਾਦੀ ਕਰਾਂਗੇ। ਕੀ ਅਸੀਂ ਇਹੋ ਜਿਹੇ ਕਾਨੂੰਨਾਂ ਖਿਲਾਫ ਫਿਰ ਕਿਸੇ ਦਿਨ ਜਾਂ ਬੈਰੀਕੇਡਾਂ ਪੱਟੀਏ? ਸਾਡੀਆਂ ਸਰਕਾਰੀ ਯੂਨੀਵਰਸਿਟੀਆਂ ਇਸ ਵੇਲੇ ਮਾੜੇ ਆਰਥਿਕ ਹਾਲਾਤਾਂ ਵਿੱਚ ਹਨ। ਕੱਲ੍ਹ ਨੂੰ ਸਰਕਾਰ ਇਹਨਾਂ ਬਾਰੇ ਕੋਈ ਭੈੜਾ ਜਿਹਾ ਕਾਨੂੰਨ ਬਣਾ ਦੇਵੇ ਤੇ ਪ੍ਰੋਫੈਸਰਾਂ ਅਧਿਆਪਕਾਂ ਕੋਲ ਤੇ ट्रैक्टर ट्रालियां भी नहीं होंदियां, वो की करेंगे? इन कानूनों पर ना संसद में ठीक से चर्चा हुई, ना संसदीय समितियों को भेजा गया और ना कानून बनाने से पहले कोई चर्चा हुई, बल्कि ऑर्डिनेंस का रास्ता अपनाया गया। इसी तरह से कई राज्य सरकारें अब धर्म परिवर्तन को लेकर रोकने के लिए कानून बनाने जा रही हैं और वही प्रक्रिया अपनाई जा रही है। जनता से पूछा नहीं जाएगा, जनता की भागीदारी नहीं होगी, इस पर कोई विमर्श नहीं चलाया जाएगा, बहस नहीं चलाई जाएगी और फिर जनता इसके प्रतिरोध में खड़ी होगी। तब आप कहेंगे कि कुछ लोग सरकार की बात मान नहीं रहे हैं। ये जो खेल है इसको बदलने की ज़रूरत है। कानून बने, कानून जो पूरे अमूल चूल परिवर्तन करने जा रहे हों उसको लेकर चर्चा चलाई जाए, समाज में सब स्टेक होल्डर्स की बात सुनी जाए, अलग अलग हिस्सों की बात सुनी जाए और उसके बाद संसद में, विधानसभाओं में खुली चर्चा हो, लंबी चर्चाएं हों और जनप्रतिनिधित्व के माध्यम से जनता की आवाज़ को उस पर रिफ्लेक्ट हो, तब कानून बने। ये अगर हम करेंगे तो इस देश की लोकतंत्र गहरा होगा और लोकतंत्र को गहरा करना आज के समय की जरूरत है। ਇੰਨੇ ਡਰਾਸਟਿਕ ਮੈਜਰਸ ਨੇ ਕਿ ਈਵਨ ਸਿਵਲ ਸੁਸਾਇਟੀ, ਜਨਤਾ ਤੇ ਈਵਨ ਕੋਰਟਸ ਕੁਝ ਕਰ ਨਹੀਂ ਪਾ ਰਹੇ ਨੇ। ਕੁਝ ਉਹਨਾਂ ਦਾ ਇਨ ਮਾਮਲਿਆਂ 'ਚ ਫੈਸਲੇ ਨਹੀਂ ਆ ਰਹੇ ਨੇ। ਇੱਕ ਪ੍ਰੋਟੈਸਟ ਨਹੀਂ ਬਣ ਰਿਹਾ ਤੇ ਮੈਂ ਕਈ ਵਾਰੀ ਇੱਕ ਟਰਮ ਯੂਜ਼ ਕਰਦਾ, ਐਵਰੀਵਨ ਇਜ਼ ਫਾਈਟਿੰਗ ਫਾਇਰ, ਕਿਉਂਕਿ ਹਰ ਬੰਦਾ ਲੱਗਿਆ ਕਿ ਦੇ ਆਰ ਟਰਾਈਂਗ ਕਿ ਇਨ ਕਾਨੂੰਨਾਂ ਨੂੰ, ਇਨ ਨਵੀਂ ਪਾਲਿਸੀਜ਼ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅਪੋਜ਼ ਕੀਤਾ ਜਾਵੇ। ਪਰ ਇੰਨੇ ਕਾਨੂੰਨ ਅਲੱਗ-ਅਲੱਗ ਤਰ੍ਹਾਂ ਦੇ ਆ ਗਏ ਨੇ ਕਿ ਹਰ ਜਗ੍ਹਾ ਲੜਾਈ ਨਹੀਂ ਲੜੀ ਜਾ ਸਕਦੀ। ਜੇ 3 ਫਾਰਮਰ ਬਿਲਸ ਦੇ ਖਿਲਾਫ, ਫਾਰਮਰ ਐਕਟਸ ਦੇ ਖਿਲਾਫ ਲੜਾਈ ਲੜੀ ਜਾ ਰਹੀ ਹੈ, ਪਰ ਇਹਨਾਂ ਦੇ ਇੰਨੇ ਕਿੰਨੇ ਕਾਨੂੰਨ ਨੇ, ਇੰਨੀ ਕਿੰਨੀਆਂ ਪਾਲਿਸੀਜ਼ ਨੇ ਜਿਹੜੀਆਂ ਟੋਟਲੀ ਅਨਅਪੋਜ਼ਡ ਪਾਸ ਹੋ ਗਈਆਂ ਨੇ, ਜਿਹਦੇ ਵਿੱਚ ਸਿਰਫ ਸਿਵਲ ਸੁਸਾਇਟੀ ਦਾ ਇੱਕ ਛੋਟਾ ਜਿਹਾ ਤਬਕਾ ਹੀ ਪ੍ਰੋਟੈਸਟ ਕਰ ਪਾ ਰਿਹਾ। ਤੇ ਇਹ ਡੈਮੋਕ੍ਰੈਟਿਕ ਸਪੇਸ, ਜਮਹੂਰੀਅਤ ਦੀ ਸਪੇਸ ਇੱਕਦਮ ਛੋਟੀ ਕਰ ਦਿੱਤੀ ਗਈ ਹੈ, ਜਿਸ ਸੇ ਆਪੋਜੀਸ਼ਨ ਮੈਟਰ ਨਹੀਂ ਕਰਦੀ, ਜਿਸ ਸੇ ਸਿਵਲ ਸੁਸਾਇਟੀ ਮੈਟਰ ਨਹੀਂ ਕਰਦੀ, ਜਨਤਾ ਮੈਟਰ ਨਹੀਂ ਕਰਦੀ, ਕੋਈ ਪਾਰਲੀਮੈਂਟ ਮੈਟਰ ਨਹੀਂ ਕਰਦੀ ਹੈ, ਲੈਜਿਸਲੇਟਿਵ ਅਸੈਂਬਲੀ ਮੈਟਰ ਨਹੀਂ ਕਰਦੀ। ਵੈਲਕਮ ਬੈਕ। ਅਸੀਂ ਬੀਤੇ ਸਾਲ ਦੀ ਗੱਲ ਕਰ ਰਹੇ ਸੀ ਔਰ ਨਵੇਂ ਸਾਲ ਦੀ ਗੱਲ ਕਰ ਰਹੇ ਹਾਂ। ਗੱਲ ਕਿਸਾਨ ਮਜ਼ਦੂਰ ਦੀ, ਆਪਣੇ ਦੇਸ਼ ਦੀ, ਕਾਨੂੰਨ ਦੀ, ਸਿਆਸਤ ਦੀ ਕਰ ਰਹੇ ਹਾਂ। ਕਾਨੂੰਨ ਸਿਆਸਤ ਦੀ ਉਪਜ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਕਾਨੂੰਨ ਚੰਗੇ ਬਣਨ, ਸਿੰਘੂ ਬਾਰਡਰ ਨਾ ਜਾਣਾ ਪਵੇ, ਤਾਂ ਆਪ ਸਿਆਸੀ ਬਣੋ। ਕਦੀ ਨਾ ਕਹੋ ਕਿ ਮੇਰਾ ਪੋਲਿਟਿਕਸ ਵਿੱਚ ਇੰਟਰਸਟ ਨਹੀਂ ਹੈ।
ਜੀਵਨ ਦੀ ਹਰ ਸ਼ੈ ਸਿਆਸੀ ਹੁੰਦੀ ਹੈ। ਅਸੀਂ ਸਿਆਸਤ ਵਿੱਚ ਹੀ ਸਾਹ ਲੈਂਦੇ ਹਾਂ। ਕੁੜੀਆਂ ਜੰਮਦੀਆਂ ਨੂੰ ਮਾਰ ਦਿੱਤਾ ਜਾਵੇ ਜਾਂ ਕੁੜੀ ਜੰਮੀ ਤੇ ਲੋਹੜੀ ਮਨਾਈ ਜਾਵੇ, ਭੰਗੜੇ ਪਾਏ ਜਾਣ, ਸਿਆਸਤ ਤੈਅ ਕਰਦੀ ਹੈ। ਸਿਆਸਤ ਸਮਾਜ ਸਿਰਜਦੀ ਹੈ। ਤੁਸੀਂ ਜ਼ਹਿਰੀਲੀ ਹਵਾ ਵਿੱਚ ਸਾਹ ਲੈਂਦੇ ਹੋ ਕਿ ਸਵੱਛ ਹਵਾ ਵਿੱਚ, ਇਹ ਸਿਆਸਤ ਤੈਅ ਕਰਦੀ ਹੈ। ਮੁੰਡਾ ਕੁੜੀ ਇੱਥੇ ਹੀ ਤਰੱਕੀਆਂ ਕਰਨ ਕਿ ਔਖੇ ਸੌਖੇ ਕੈਨੇਡਾ ਜਾ ਵਸਣ, ਸਿਆਸਤ ਫੈਸਲਾ ਕਰਦੀ ਹੈ। ਤੁਸੀਂ ਤੇ ਸਿਰਫ ਟਰੈਵਲ ਏਜੰਟ ਨੂੰ ਪੈਸੇ ਦਿੰਦੇ ਹੋ। ਕਦੀ ਕਰੋਨਾ ਵਰਗੀ ਕੋਈ ਭਿਆਨਕ ਬਿਮਾਰੀ ਆ ਹੀ ਜਾਵੇ ਤਾਂ ਸਰਕਾਰ ਮਾਈ ਬਾਪ ਬਣੇਗੀ ਕਿ ਕਹੇਗੀ ਜਾਓ ਜੀ ਅੱਜ ਤੋਂ ਲੈ ਕੇ ਲੋਕਡਾਊਨ ਪੱਕਾ। ਮਜ਼ਦੂਰ ਪੈਦਲ ਤੁਰ ਜਾਣ ਘਰਾਂ ਨੂੰ ਤੇ ਪੁਲਿਸ ਬਿਨਾਂ ਮਾਸਕ ਵਾਲਿਆਂ ਨੂੰ ਡਾਂਗਾਂ ਨਾਲ ਕੁੱਟੇ। ਇਹ ਸਭ ਵੀ ਵੈਸੇ ਸਿਆਸਤ ਤੈਅ ਕਰਦੀ ਹੈ। ਕੁੱਟਿਆ ਹੈ ਅਮਰੀਕਾ ਵਿੱਚ ਕਿਸੇ ਇੱਕ ਨੂੰ ਵੀ ਮਾਸਕ ਨਾ ਪਾਉਣ ਕਰਕੇ। ਉੱਥੇ ਬਥੇਰੇ ਨੇ ਜਿਹੜੇ ਕਹਿੰਦੇ ਨੇ ਅਸੀਂ ਨਹੀਂ ਪਾਉਂਦੇ ਮਾਸਕ। ਕੁੱਟਦੀ ਹੈ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਵਿੱਚ ਪੁਲਿਸ ਡਾਕਟਰਾਂ ਨੂੰ, ਨਰਸਾਂ ਨੂੰ, ਅਧਿਆਪਕਾਂ ਨੂੰ ਡੰਡੇ ਮਾਰ ਕੇ। ਅਸੀਂ ਕੋਈ ਬਹੁਤੇ ਵਿਗੜੇ ਹੋਏ ਹਾਂ? ਸਾਡੀ ਸਿਆਸਤ ਵਿਗੜੀ ਪਈ ਹੈ। ਜੇ ਕਰੋਨਾ ਹੋ ਜਾਵੇ ਤਾਂ ਹਸਪਤਾਲ ਵਿੱਚ ਬਿਸਤਰਾ ਮਿਲੇਗਾ ਕਿ ਨਹੀਂ, ਉੱਥੇ ਆਕਸੀਜਨ ਹੋਵੇਗੀ ਕਿ ਨਹੀਂ, ਡਾਕਟਰ ਹੋਵੇਗਾ ਕਿ ਨਹੀਂ, ਸਿਆਸਤ ਤੈਅ ਕਰਦੀ ਹੈ। ਤੁਹਾਡੇ ਲਈ ਖੰਡਰ ਹਸਪੀਟਲ, ਟੁੱਟੇ ਫੁੱਟੇ ਸਰਕਾਰੀ ਸਕੂਲ, ਦੂਜੇ ਲਈ ਸਭ ਵਧੀਆ ਸਹੂਲਤਾਂ, ਸਿਆਸਤ ਹੀ ਸਭ ਤੈਅ ਕਰਦੀ ਹੈ। ਸ਼ਹਿਰ ਦੇ ਇੱਕ ਹਿੱਸੇ 'ਚ ਕੂੜੇ ਦੇ ਢੇਰ, ਦੂਜੇ ਪਾਸੇ ਸੋਹਣੇ ਪਾਰਕ, ਸਿਆਸਤ ਹੁੰਦੀ ਹੈ। ਪੱਖਿਆਂ ਤੋਂ ਲਟਕ ਰਿਹਾ, ਸਲਫਾਸ ਖਾ ਰਿਹਾ ਅੰਨਦਾਤਾ, ਸਭ ਸਿਆਸਤ ਦੇ ਤੋਹਫੇ ਹਨ। ਅੱਜ ਸਿੰਘੂ ਬਾਰਡਰ ਤੇ ਬੈਠੇ ਹਨ ਨਾ, ਇਹ ਸਿਆਸਤ ਕਰਕੇ ਹੀ ਹੈ। ਅਮਰੀਕਾ ਵਿੱਚ ਉਹਨਾਂ ਇੱਕ ਸਿਆਹ ਫਾਰਮ ਦੀ ਧੌਣ ਤੇ ਗੋਡਾ ਦੇ ਦਿੱਤਾ। ਯਾਦ ਹੈ ਜਾਰਜ ਫਲਾਇਡ? ਲੋਕਾਂ ਨੇ ਮੋੜਵੀਂ ਸਿਆਸਤ ਕੀਤੀ, ਬਲੈਕ ਲਾਈਵਜ਼ ਮੈਟਰ, ਟਰੰਪ ਦਾ ਬਿਸਤਰਾ ਗੋਲ ਕੀਤਾ। ਤੁਸੀਂ ਮੋੜਵੀਂ ਸਿਆਸਤ ਕੀਤੀ ਹੈ ਨਾ, ਤੇ ਸਿਆਸੀ ਤੁਹਾਡੇ ਨਾਲ ਗੱਲ ਕਰ ਰਿਹਾ, ਨਹੀਂ ਤਾਂ ਢਿੰਗੋਜ਼ੋਰੀ ਕਰ ਰਿਹਾ ਸੀ। ਅੱਜ ਕਿਸਾਨੀ ਕੋਲ ਇੱਕ ਵੱਡੇ ਤੇ ਵਿਆਪਕ ਕੋਲ ਦੇ ਵਿੱਚ ਤਬਦੀਲ ਹੋ ਚੁੱਕਾ ਹੈ। ਸਮਾਜ ਦੇ ਵੱਖ-ਵੱਖ ਵਰਗਾਂ ਨੇ ਆਪਣੀ ਆਵਾਜ਼ ਇਸ ਕੋਲ ਦੇ ਨਾਲ ਮਿਲਾ ਦਿੱਤੀ ਹੈ। ਅੱਜ ਇਸ ਕੋਲ ਦੀਆਂ ਬੜੀਆਂ ਪ੍ਰਾਪਤੀਆਂ ਹਨ, ਬੜੇ ਵੱਡੇ ਹਾਸਲ ਹਨ ਤੇ ਸਾਨੂੰ ਬੜਾ ਮਾਣ ਹੈ ਇਸ ਕੋਲ ਤੇ, ਕਿਉਂਕਿ ਇਸ ਕੋਲ ਨੇ ਸਾਨੂੰ ਨਵੀਆਂ ਸੋਚਾਂ ਦਿੱਤੀਆਂ ਹਨ, ਇੱਕ ਨਵੀਂ ਪੰਜਾਬੀ ਚੇਤਨਾ ਨੂੰ ਜਨਮ ਦਿੱਤਾ ਹੈ। ਪਰ ਅੱਜ ਸਾਡੇ ਸਾਹਮਣੇ ਇਹ ਸਵਾਲ ਹੈ ਕਿ ਅਸੀਂ ਇਸ ਨਵੀਂ ਪੰਜਾਬੀ ਚੇਤਨਾ ਨੂੰ ਆਪਣੇ ਇੱਕ ਨਵੇਂ ਸਮਾਜ ਦੀ ਕਲਪਨਾ ਵਿੱਚ ਕਿਸ ਤਰ੍ਹਾਂ ਤਬਦੀਲ ਕਰਦੇ ਹਾਂ। ਸਾਡੀ ਕਲਪਨਾ ਦੇ ਨਵੇਂ ਸਮਾਜ ਦੇ ਵਿੱਚ ਸਾਡੇ ਪੇਂਡੂ ਸਮਾਜ ਦਾ ਇੱਕ ਹੋਰ ਅਹਿਮ ਹਿੱਸਾ ਦਲਿਤ, ਬੇਜ਼ਮੀਨਾ ਖੇਤ ਮਜ਼ਦੂਰ ਕਿਵੇਂ ਸ਼ਾਮਲ ਹੈ? ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਸਵਾਲ ਹੈ ਤੇ ਅਸੀਂ ਇਸ ਸਵਾਲ ਨੂੰ ਉਠਾਈਏ ਕਿ ਸਾਡੀ ਕਲਪਨਾ ਦੇ ਵਿੱਚ ਸਾਡੇ ਕਿਸਾਨੀ ਹੱਕਾਂ ਦੀ ਮੰਗਾਂ ਦੇ ਵਿੱਚ ਸਾਡੇ ਬੇਜ਼ਮੀਨਿਆਂ ਦਾ, ਸਾਡੇ ਦਲਿਤਾਂ ਦੇ ਹੱਕਾਂ ਦੀ ਗੱਲ ਕਿਵੇਂ ਸ਼ਾਮਲ ਹੈ। ਸਾਡੇ ਸਮਿਆਂ ਦੇ ਦਿਓਕਦ ਪੱਤਰਕਾਰ ਪੀ ਸਾਈਨਾਥ ਨੇ ਉਹ ਹਾਲ ਵੀ ਵੇਖੇ ਜਿਹੜੇ ਅੰਦਰਲਾ ਧੂ ਦੇਣ, ਆਂਦਰਾਂ ਬਾਹਰ ਆ ਜਾਣ। ਫਿਰ ਉਹ ਸੁਪਨਾ ਵੀ ਦੇਖਿਆ ਕਿ ਅੰਦਰ ਚੱਲੇ ਪਾਰਲੀਮੈਂਟ, ਮਸਲਾ ਹੋਵੇ ਸਿਰਫ ਕਿਸਾਨ ਦਾ ਤੇ ਬਾਹਰ ਹਜ਼ਾਰਾਂ ਲੱਖਾਂ ਕਿਸਾਨਾਂ ਨੇ ਪਾर्लियामेंट घेरी होवे। मैं कहता हूं कि एक 20 दिन का स्पेशल सेशन ऑफ संसद होना चाहिए सिर्फ कृषि संकट के ऊपर और कुछ नहीं, और पूरा देश के सामने जो कृषि संकट का सर्वाइवर्स था, वो विधवाओं, वो बच्चे को, उसको पार्लियामेंट सेंट्रल हॉल पे खड़ा करके लेट देम टेल द नेशन व्हाट इज द अग्रेरियन क्राइसिस। लेट दोज पीपल जो, मैं नहीं, कोई एक्सपर्ट और लॉबीइस्ट नहीं, कोई मंत्री संतरी नहीं, खुद उनको कहने दो, लेट देम एड्रेस द नेशन। और उस दिन आपने 10 लाख किसान दिल्ली में लेके जाइए पार्लियामेंट से बाहर, एनसर्कल करो पार्लियामेंट को। ਅੱਜ ਇਹ ਸੁਪਨਾ ਸੱਚ ਹੁੰਦਾ ਦਿਸਦਾ ਹੈ। ਦਿੱਲੀ ਘੇਰੀ ਹੋਈ ਹੈ ਧਰਤੀ ਦੇ ਧੀਆਂ ਪੁੱਤਰਾਂ ਨੇ। ਇਹ ਹੱਕ ਦੀ ਸੱਚ ਦੀ ਸਿਆਸਤ ਹੈ। ਸਿਆਸਤ ਤੈਅ ਕਰਦੀ ਹੈ ਕਿ ਤੁਸੀਂ ਆਪਣਾ ਜੀਵਨ ਨਾਗਰਿਕ ਅਧਿਕਾਰਾਂ ਲਈ, ਗਰੀਬਾਂ ਮਜ਼ਲੂਮਾਂ ਲਈ ਨਿਛਾਵਰ ਕਰ ਦਿਓਗੇ। ਠੀਕ ਉਵੇਂ ਹੀ ਜਿਵੇਂ ਸਿਆਸਤ ਤੈਅ ਕਰਦੀ ਹੈ ਕਿ ਇਹ ਸਮਾਜਿਕ, ਰਾਜਨੀਤਿਕ, ਮਨੁੱਖੀ ਅਧਿਕਾਰ ਕਾਰਕੁਨ ਸਾਡੇ ਹੀਰੋ ਹੋਣਗੇ ਕਿ ਦੇਸ਼ ਧਰੋਹੀ ਕਹਾਉਣਗੇ। ਕਿਸੇ ਬਾਲ ਨੇ ਆਪਣੇ ਪਿਤਾ ਨੂੰ ਸ਼ਹੀਦੀ ਦੇਣ ਦਾ ਮਸ਼ਵਰਾ ਦੇ ਦਿੱਤਾ ਸੀ। ਇਸੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਉਹ ਸੀਸ ਦੇ ਦਿੱਤਾ। ਇਹ ਗੁਰੂ ਦੀ ਸਿਆਸਤ ਸੀ। ਕਿਸੇ ਨੇ ਬਾਲ ਨੀਹਾਂ ਵਿੱਚ ਚਿਣ ਦਿੱਤੇ ਸਨ, ਉਹ ਵੀ ਸਿਆਸਤ ਕਰ ਰਿਹਾ ਸੀ। ਮੈਨੂੰ ਤਾਂ ਇਹ ਲੱਗਦਾ ਕਿ ਸਿਧਾਂਤਕ ਤੌਰ ਤੇ ਜਿਵੇਂ ਗੁਰੂ ਗੋਬਿੰਦ ਸਿੰਘ ਨੂੰ ਬੇਦਾਵਾ ਦੇਖ ਕੇ ਦੇ ਆਏ 40 ਬੰਦੇ ਸੀ, ਮੁੜ ਕੇ ਆ ਕੇ ਮੁਖਧਾਰਾ 'ਚ ਆ ਗਏ ਸੀ, ਤੇ ਸਾਡੇ ਸਮਾਜ ਨੇ ਸਿਧਾਂਤ ਨੂੰ ਬਹੁਤ ਦੇਰ ਦਾ ਬੇਦਾਵਾ ਦਿੱਤਾ ਹੋਇਆ ਸੀ। ਸ਼ਾਇਦ ਉਹ ਪੜਵਾਇਆ ਜਾ ਰਿਹਾ ਤੇ ਉਹ ਮੁੜ ਕੇ ਉਹਦੇ ਨਾਲ ਜੁੜਿਆ ਜਾ ਰਿਹਾ, ਤੇ ਜੁੜਨ ਤੋਂ ਬਾਅਦ ਇਹੋ ਜਿਹੀਆਂ ਕ੍ਰਿਸ਼ਮੇ ਵਰਗੀਆਂ ਚੀਜ਼ਾਂ ਵਾਪਰ ਰਹੀਆਂ ਨੇ। ਨਹੀਂ ਤਾਂ ਸੰਭਾਵਨਾ ਨਹੀਂ ਸੀ ਸਮੂਹਿਕ ਸੋਝੀ 'ਚ।
ਅੱਜ ਕੁਝ ਲੋਕ ਘੁਲਾਟੀਏ ਜੇਲ੍ਹਾਂ ਵਿੱਚ ਹਨ। ਉਹਨਾਂ ਦੀ ਰਿਹਾਈ ਵੀ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਦੀ ਮੰਗ ਹੈ। ਇਹ ਵੀ ਹੱਕ ਦੀ ਸੱਚ ਦੀ ਸਿਆਸਤ ਹੈ। ਇੱਕ 83 ਸਾਲਾਂ ਦੇ ਬਜ਼ੁਰਗ ਨੂੰ, ਜਿਸ ਨੂੰ ਕਈ ਬਿਮਾਰੀਆਂ ਨੇ ਘੇਰਿਆ ਹੋਇਆ ਹੈ, ਜਿਹੜਾ ਪਾਣੀ ਵੀ ਨਹੀਂ ਪੀ ਸਕਦਾ ਇੰਜ ਗਲਾਸ ਵਿੱਚੋਂ, ਉਹਦੇ ਲਈ ਸੈਂਕੜੇ ਕਾਰਕੁਨ ਲੜ ਰਹੇ ਨੇ ਕਿ ਜੇਲ੍ਹ ਵਿੱਚ ਉਹਨੂੰ ਸਟਰਾ ਭੇਜੋ। ਸਟਰਾ, ਉਹ ਬੋਤਲ ਵਿੱਚ ਜਿਹੜਾ ਡੱਕਾ ਪਾ ਕੇ ਆਪਾਂ ਪੀਂਦੇ ਹਾਂ, ਇੱਕ ਸਟਰਾ ਦੇ ਦਿਓ। ਹਾਕਮ ਬੜੇ ਹਫ਼ਤੇ ਅੜਿਆ ਰਿਹਾ, ਸੁਪਰੀਮ ਕੋਰਟ ਤੱਕ ਗਏ। 1 ਮਹੀਨੇ ਦੀ ਲੜਾਈ ਪਿੱਛੋਂ ਅਸੀਂ ਉਹਨੂੰ ਇਹ ਪਾਣੀ ਪੀਣ ਵਾਲਾ ਡੱਕਾ ਪਹੁੰਚਾ ਸਕੇ ਹਾਂ। ਧੰਨ ਤੁਹਾਡੀ ਸਿਆਸਤ ਹੈ ਸਿੰਘੂ ਟੀਕਰੀ ਬਾਰਡਰ ਤੇ ਡਟੇ ਮਹਿਰਮੋ, ਤੇ ਧੰਨ ਹਾਕਮ ਦੀ ਸਿਆਸਤ ਹੈ। ਇਹ ਲੇਬਲਿੰਗ ਦੀ ਸਿਆਸਤ ਇੱਕ ਬਹੁਤ ਹੀ ਕੋਝੀ ਸਿਆਸਤ ਹੈ, ਇੱਕ ਹੋਛੀ ਸਿਆਸਤ ਹੈ ਤੇ ਇੱਕ ਜਵਾਬਦੇਹੀ ਤੋਂ ਬਚਣ ਦਾ ਇੱਕ ਤਰੀਕਾ ਹੈ ਕਿ ਅਕਾਊਂਟੇਬਿਲਿਟੀ ਨੂੰ ਕਿਸੇ ਤਰ੍ਹਾਂ ਵੀ ਆਪਣੀ ਥਿੰਕਿੰਗ ਦੇ ਵਿੱਚ ਸ਼ਾਮਿਲ ਹੀ ਨਾ ਕੀਤਾ ਜਾਏ ਤੇ ਹਰ ਸਵਾਲ ਦਾ ਜਵਾਬ ਜਿਹੜਾ ਕਿਧਰੋਂ ਵੀ ਉੱਠੇ ਉਹਨੂੰ ਲੇਬਲਿੰਗ ਦੇ ਨਾਲ ਖਤਮ ਕੀਤਾ ਜਾਏ। ਜੇ ਨੌਜਵਾਨ ਲੋਕ ਨੌਕਰੀ ਦਾ ਸਵਾਲ ਉਠਾਉਂਦੇ ਨੇ ਤੇ ਉਹਨਾਂ ਨੂੰ ਟੁਕੜੇ ਟੁਕੜੇ ਗੈਂਗ ਦਾ ਲੇਬਲ ਦੇ ਦਿੱਤਾ ਜਾਂਦਾ ਹੈ। ਜੇ ਇੱਕ ਅੱਤ ਦਾ ਵਿਤਕਰਿਆਂ ਭਰਿਆ ਨਾਗਰਿਕਤਾ ਕਾਨੂੰਨ ਬਣਾਇਆ ਜਾਂਦਾ ਹੈ ਤੇ ਜੇ ਉਹਦੇ ਉੱਤੇ ਸਵਾਲ ਉੱਠਦਾ ਹੈ ਤੇ ਸਵਾਲ ਉਠਾਉਣ ਵਾਲਿਆਂ ਨੂੰ ਪਾਕਿਸਤਾਨੀ ਦੇਸ਼ ਧਰੋਹੀ ਕਹਿ ਦਿੱਤਾ ਜਾਂਦਾ ਹੈ। ਅੱਜ ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਦੇ ਕੁਝ ਬੁੱਧੀਜੀਵੀ ਪਿਛਲੇ 2 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਕਰ ਦਿੱਤੇ ਗਏ ਨੇ। ਉਹਨਾਂ ਦੇ ਉੱਤੇ ਹਾਲੇ ਮੁਕੱਦਮਾ ਵੀ ਸ਼ੁਰੂ ਨਹੀਂ ਹੋਇਆ, ਉਹ ਸਿਰਫ ਪ੍ਰੀਵੈਂਟਿਵ ਧਾਰਾਵਾਂ ਦੇ ਥੱਲੇ ਜੇਲ੍ਹਾਂ ਦੇ ਵਿੱਚ ਬੰਦ ਨੇ, ਪਰ ਉਹਨਾਂ ਨੂੰ ਲੇਬਲ ਲੱਗ ਰਹੇ ਨੇ ਕਿ ਉਹ ਜਿਸ ਤਰ੍ਹਾਂ ਦੁਨੀਆ ਦੇ ਸਭ ਤੋਂ ਵੱਡੇ ਆਤੰਕੀ ਹੋਣ। ਤੇ ਅਗਰ ਹਿਊਮਨ ਰਾਈਟਸ ਦੇ ਜਿਹੜੇ ਡਿਫੈਂਡਰ ਨੇ ਉਹਨਾਂ ਦੀ ਰਿਹਾਈ ਦੀ, ਉਹਨਾਂ ਦੀ ਜ਼ਮਾਨਤ ਦੀ ਮੰਗ ਕਰਦੇ ਨੇ ਤੇ ਉਹਨਾਂ ਦੇ ਉੱਤੇ ਅਰਬਨ ਨਕਸਲ ਦਾ, ਸ਼ਹਿਰੀ ਨਕਸਲੀ ਹੋਣ ਦਾ ਲੇਬਲ ਲਗਾ ਦਿੱਤਾ ਜਾਂਦਾ ਹੈ। ਸੋ ਇਹ ਲੇਬਲਾਂ ਦੀ ਸਿਆਸਤ ਜਿਹੜੀ ਹੈ ਜਵਾਬਦੇਹੀ ਤੋਂ ਬਚਣ ਦਾ ਔਰ ਇੱਕ ਜਿਹੜੀ ਇੰਪਿਊਨਿਟੀ ਸਟੇਟ ਨੇ ਕ੍ਰੀਏਟ ਕਰ ਲਿੱਤੀ ਹੈ ਉਹਦਾ ਇੱਕ ਬੜਾ ਵੱਡਾ ਅੰਗ ਬਣ ਚੁੱਕਾ ਹੈ। ਸਾਡੀਆਂ ਰੂਹਾਂ ਦੀ ਤੇ ਸਾਡੇ ਸਮਿਆਂ ਦੀ ਤਰਜਮਾਨੀ ਕਰਦੇ ਸਾਡੇ ਸਿਰਮੌਰ ਕਵੀ ਸੁਰਜੀਤ ਪਾਤਰ ਨੇ ਗੱਲ ਔਖੀ ਵੀ ਕਰ ਦਿੱਤੀ ਹੈ, ਸੌਖੀ ਵੀ ਕਰ ਦਿੱਤੀ ਹੈ। ਇਹ ਬਾਤ ਨਿਰੀ ਇੰਨੀ ਹੀ ਨਹੀਂ, ਨਾ ਇਹ ਮਸਲਾ ਸਿਰਫ ਕਿਸਾਨ ਦਾ ਏ, ਇਹ ਪਿੰਡ ਦੇ ਵਸਦੇ ਰਹਿਣ ਦਾ ਏ ਜਿਹਨੂੰ ਤੌਖਲਾ ਉਜੜ ਜਾਣ ਦਾ ਏ। ਇਹਦਾ ਮਨ ਪਿੰਡੇ ਤੋਂ ਵੱਧ ਜ਼ਖਮੀ, ਦੁੱਖ ਰੂਹ ਤੋਂ ਵਿਛੜ ਜਾਣ ਦਾ ਏ। ਇਹ ਗੱਲ ਨਿਰੀ ਖੇਤਾਂ ਦੀ ਨਹੀਂ, ਇਹ ਗੱਲ ਤਾਂ ਸਫ਼ਿਆਂ ਦੀ ਵੀ ਹੈ। ਅੱਖਰ ਨੇ ਜਿਨ੍ਹਾਂ ਤੇ ਬੀਜਾਂ ਜੇ ਉਹਨਾਂ ਸੱਚ ਦੇ ਫਲਸਫਿਆਂ ਦੀ ਵੀ ਹੈ। ਆਖੀ ਸੀ ਕਦੀ ਇੱਕ ਪੁਰਖੇ ਨੇ, ਉਹ ਬਾਤ ਅਜੇ ਤੱਕ ਸਜਰੀ ਹੈ। ਨਹੀਂ ਕੰਮ ਥਕਾਉਂਦਾ ਬੰਦੇ ਨੂੰ ਥਕਾਉਂਦੀ ਬੇਕਦਰੀ। ਇਹ ਦੁੱਖ ਉਸੇ ਬੇਕਦਰੀ ਦਾ, ਇਹ ਸੱਲ ਉਸੇ ਅਪਮਾਨ ਦਾ ਹੈ। ਇਹ ਬਾਤ ਨਿਰੀ ਇੰਨੀ ਹੀ ਨਹੀਂ, ਇਹ ਕਵੀ ਦੀ ਸਿਆਸਤ ਹੈ। ਇਸ ਲਈ ਇਸ ਨਵੇਂ ਸਾਲ ਵਿੱਚ ਅਹਿਦ ਲਈਏ ਕਿ ਅਸੀਂ ਜੰਮ ਕੇ ਸਿਆਸੀ ਬਣਾਂਗੇ। ਆਪਣੇ ਆਲੇ ਦੁਆਲੇ ਨੂੰ, ਆਪਣੇ MLA MP ਨੂੰ, ਆਪਣੇ ਗਲੀ ਮੁਹੱਲੇ ਨੂੰ, ਆਪਣੇ ਸੂਬੇ ਨੂੰ, ਆਪਣੇ ਦੇਸ਼ ਨੂੰ, ਸਮਾਜਿਕ ਆਰਥਿਕ ਨੀਤੀਆਂ ਨੂੰ ਸਮਝਾਂਗੇ, ਸਵਾਲ ਕਰਾਂਗੇ, ਪੜ੍ਹਾਂਗੇ, ਵਿਚਾਰ ਕਰਾਂਗੇ। ਵਿਚਾਰਵਾਨ ਬਣ ਕੇ ਕੌਣ ਕਿਸ ਦੀ ਗੋਦੀ ਚੜ੍ਹਿਆ ਹੈ ਨਿਸ਼ਾਨਦੇਹੀ ਕਰਾਂਗੇ। ਗੋਦੀ ਮੀਡੀਆ ਕੁਝ ਮਸ਼ਹੂਰ ਹੋਇਆ, ਵੈਸੇ ਰੱਬ ਦਾ ਸ਼ੁਕਰ ਹੈ ਬਾਕੀ ਵੀ ਬੜੇ ਗੋਦੀ ਚੜ੍ਹੇ ਹੋਏ ਨੇ ਜੀਵਨ ਦੇ ਹਰ ਪੱਖ ਹਰ ਸ਼ੋਬੇ ਵਾਲੇ। ਹਾਕਮਾਂ ਕੋਲ ਦੇਣ ਨੂੰ ਬੜਾ ਕੁਝ ਹੁੰਦਾ ਭਾਈ, ਗੋਦੀ ਵਿੱਚ ਨੇਗੀ ਬੜਾ ਆਉਂਦਾ। ਇਹ ਸਭ ਨੂੰ ਜਾਣਾਂਗੇ, ਸਿਆਸਤ ਨੂੰ ਜਾਣਾਂਗੇ। ਸ਼ਾਲਾ 2021 ਸਾਡੇ ਖੂਬਸੂਰਤ ਤਰੀਕਿਆਂ ਨਾਲ ਰਾਜਨੀਤਿਕ ਹੋ ਜਾਣ ਦਾ ਸਾਲ ਸਾਬਤ ਹੋਵੇ। ਲੈਟ ਅਸ ਆਲ ਬੀ ਪੋਲੀਟੀਕਲ, ਵੈਰੀ ਵੈਰੀ ਪੋਲੀਟੀਕਲ। ਨਵੇਂ ਸਾਲ ਵਿੱਚ ਇਸ ਮੰਚ ਤੇ ਮਿਲਦੇ ਰਹਾਂਗੇ। ਸਾਲ ਮੁਬਾਰਕ ਹੋਵੇ। ਤੇ ਜਾਂਦਾ ਕੀ ਕਹਿ ਸਕਦਾ, ਸਦਾ ਪੋਲੀਟੀਕਲ ਰਹੋ, ਸਦਾ ਪੋਲੀਟੀਕਲ ਰਹੋ। ਧੰਨਵਾਦ।